ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। तेरा तुझको सौंपते क्या लागे मेरा। कबीर तू करता तू भया, मुझ में रहा ना हूँ। आपा पर का मिट गया, जत देखा तत तू। सतनाम श्री वाहिगुरु साहिब जी। महला पंजवा। फरीदा गर्भ जिन्हां वड्याइयां, तन जोवन आगाह। खाली चले धनी स्यों, टिब्बे जो मीहा। फरीदा तिना मुख डरावने, जिना विसारियो न नाऊं। ऐथे दुख कनेरियां, अगे ठोर ना ठाऊं। दुख कनेरियां, अगे ठोर न ठाऊं। वाहिगुरु जी का खालसा, वाहिगुरु जी की फतेह। जुगों जुग अटल, वाणी के बोहित, समर्थ सतगुरु धन धन साहिब श्री गुरु ग्रंथ साहब महाराज जी दी पावन पवित्र हजूरी दे विसबाईमान होए बैठे सतसंगी जनों, साहिबा ने कृपा की है। गुर दरबार दे विच चल रही लड़ीवार विचार नाल जुड़न दा सुभाग समा प्राप्त होया है। भागां वालियां ने वो संगतां जिन्हां दे अंदर गुरु प्रेम है, गुरु साहब दी बाणी सुनन दी चाहत है, उमंग है, उत्साह है। जिन्हां नूं बाणी दी तलब लगी हुई है, तुसीं वेखो ना, सरकार ने शराब दे ठेके खोले ते जिन्हां नूं शराब दी तलब लगी सी, वो पूरी पूरी रात नहीं सुते।
ਔਰ ਇਸ ਤਰ੍ਹਾਂ ਹੀ ਜਿਨ੍ਹਾਂ ਨੂੰ ਬਾਣੀ ਦੀ ਤਲਬ ਹੈ, ਵਿਚਾਰ ਦੀ ਤਲਬ ਹੈ, ਸਤਸੰਗ ਦੀ ਤਲਬ ਹੈ, ਉਹ ਵੀ ਉਡੀਕ ਕਰਦੇ ਨੇ ਕਦੋਂ ਸਤਸੰਗ ਆਰੰਭ ਹੋਵੇ ਅਤੇ ਅਸੀਂ ਆਪਣੀ ਹਾਜ਼ਰੀ ਦਰਜ ਕਰਾਈਏ। ਸੋ ਆਓ, ਜਿਤਨੀਆਂ ਵੀ ਸੰਗਤਾਂ ਇਸ ਪ੍ਰੋਗਰਾਮ ਨਾਲ ਜੁੜਦੀਆਂ ਹਨ ਅਤੇ ਆਪਣੀਆਂ ਅਸੀਸਾਂ ਬਖਸ਼ਿਸ਼ ਕਰਦੀਆਂ ਹਨ, ਆਪਣੇ ਜੀਵਨ ਨੂੰ ਆਪਾਂ ਰਲ ਮਿਲ ਕੇ ਸਫਲਾ ਕਰੀਏ। ਔਰ ਆਪ ਜੀ ਲਈ ਅਰਦਾਸ ਹੈ ਦਾਸ ਦੀ ਕਿ ਆਪ ਜੀ ਦੀ ਇਹ ਤਾਂਘ, ਇਹ ਤਲਬ ਹੋਰ ਵਧੇ, ਹੋਰ ਵਧੇ, ਕਿਉਂਕਿ ਜਿਤਨੀ ਪਿਆਸ ਵਧੇਗੀ ਉਤਨੀ ਤਲਾਸ਼ ਵੀ ਵਧੇਗੀ। ਔਰ ਮੈਨੂੰ ਅੱਜ ਕੋਈ ਪ੍ਰੇਮੀ ਕਹਿ ਰਹੇ ਸਨ ਕਿ ਗਿਆਨੀ ਜੀ, ਜਦੋਂ ਲੋਕਡਾਊਨ ਖੁੱਲ੍ਹੇਗਾ ਅਤੇ ਸੰਗਤਾਂ ਦੀ ਗਿਣਤੀ ਜ਼ਿਆਦਾ ਹੋਵੇਗੀ, ਕਿਉਂਕਿ ਜਿਨ੍ਹਾਂ ਸੰਗਤਾਂ ਦੇ ਅੰਦਰ ਪਿਆਸ ਲੱਗੀ ਹੋਈ ਹੈ ਗੁਰੂ ਘਰ ਦੇ ਸਤਸੰਗ ਦੀ, ਉਹ ਕਹਿੰਦੇ ਫਿਰ ਨਾਗਾ ਨਹੀਂ ਪਾਉਣਗੇ। ਸਾਰਿਆਂ ਨੂੰ ਉਡੀਕ ਹੈ, ਪਰ ਕੁਛ ਮਜਬੂਰੀਆਂ ਨੇ। ਜਿਨ੍ਹਾਂ ਸੰਗਤਾਂ ਨੂੰ ਕੋਈ ਵਿਸ਼ੇਸ਼ ਕੰਮ ਹੁੰਦਾ ਹੈ ਜਾਂ ਦੁੱਖ ਸੁੱਖ ਲਈ ਅਰਦਾਸ ਕਰਾਉਣ ਵਾਸਤੇ ਸੰਗਤਾਂ ਕਈ ਵਾਰੀ ਉਹ ਵੀ ਸੰਗਤਾਂ ਨੂੰ ਬੇਨਤੀ ਕਰੀਦੀ ਹੈ ਕਿ ਜੇ ਹੋ ਸਕੇ ਤਾਂ ਘਰ ਵਿੱਚ ਬੈਠ ਕੇ ਹੀ ਆਪ ਜੀ ਪ੍ਰੋਗਰਾਮ ਦੇ ਰਾਹੀਂ ਆਪਣੀ ਅਰਦਾਸ ਵਿੱਚ ਸ਼ਾਮਲ ਹੋਵੋ। ਜੇ ਜ਼ਰੂਰੀ ਹੈ ਤਾਂ ਬੇਸ਼ੱਕ ਗੁਰੂ ਘਰ ਆ ਕੇ ਆਪਣੀ ਅਰਦਾਸ ਤੁਸੀਂ ਕਰੋ ਔਰ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਦੇ ਪਾਤਰ ਬਣੋ। ਸੋ ਆਓ, ਦੇਸ਼ ਪ੍ਰਦੇਸ਼ ਦੇ ਵਿੱਚ ਇਹ ਪ੍ਰੋਗਰਾਮ ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰਦੀਆਂ ਹਨ। ਅੱਜ 105 ਨੰਬਰ ਸ਼ਲੋਕ ਦੀ ਆਪਾਂ ਵਿਚਾਰ ਆਰੰਭ ਕਰ ਰਹੇ ਹਾਂ। 2 ਸ਼ਲੋਕ ਆਪਾਂ ਮੰਗਲਾਚਰਨ ਰੂਪ ਵਿੱਚ ਪੜ੍ਹੇ ਹਨ। ਇਹਨਾਂ ਦੋਵਾਂ ਹੀ ਸ਼ਲੋਕਾਂ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕਰਨੀ ਹੈ। ਸੋ ਪਹਿਲਾ ਸ਼ਲੋਕ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਮਹਿਲਾ ਪੰਜਵਾਂ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ। ਆਓ ਮਨੋਵਿਰਤੀਆਂ ਇਕਾਗਰ ਕਰੀਏ ਪਿਆਰ ਨਾਲ। ਗੁਰਮੰਤਰ ਦੀ ਸਾਂਝ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀਵਨ ਦੇ ਵਿੱਚ ਜਿਨ੍ਹਾਂ ਨੂੰ ਤਲਬ ਹੈ ਪ੍ਰਭੂ ਦੀ ਪ੍ਰਾਪਤੀ ਦੀ, ਅਤੇ ਬਾਬਾ ਫਰੀਦ ਜੀ ਨੇ ਗੱਲ ਕੀਤੀ ਸੀ ਕਿ ਮੈਂ ਰੇਸ਼ਮੀ ਕੱਪੜੇ ਪਾੜ ਕੇ ਲੀਰਾ ਲੀਰਾ ਕਰਦਿਆਂ ਮਾੜੀ ਜਿਹੀ ਕੰਬਲੀ ਤਨ 'ਤੇ ਧਾਰਨ ਕਰ ਲਵਾਂ ਅਤੇ ਉਹ ਵੇਸ਼ ਕਰ ਲਵਾਂ ਜਿਨ੍ਹਾਂ ਵੇਸ਼ਾਂ ਦੇ ਨਾਲ ਮੇਰਾ ਖਸਮ ਪਰਮਾਤਮਾ ਪਰਮੇਸ਼ਰ ਮਿਲ ਪਏ। ਅਤੇ ਖਿਆਲ ਕਰਨਾ, ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਪਰਮਾਤਮਾ ਕਿਸੇ ਖਾਸ ਲਿਬਾਸ ਦੇ ਵਿੱਚ ਪ੍ਰਾਪਤ ਨਹੀਂ ਹੁੰਦਾ। ਘਰ ਵਿੱਚ ਬੈਠ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਨਾਨਕ ਘਰ ਹੀ ਬੈਠਿਆਂ ਸਹਿ ਮਿਲੈ, ਜੇ ਨੀਅਤ ਰਾਸ ਕਰੇ। ਘਰ ਬੈਠੇ ਹੀ ਪ੍ਰਭੂ ਮਿਲ ਸਕਦਾ ਹੈ, ਬਸ ਸਾਡੀ ਨੀਅਤ ਦੇ ਅੰਦਰ ਖੋਟ ਨਹੀਂ ਹੋਣੀ ਚਾਹੀਦੀ। ਸਾਡਾ ਮਨ ਮੈਲਾ ਨਹੀਂ ਹੋਣਾ ਚਾਹੀਦਾ। ਸਾਡੇ ਮਨ ਦੇ ਵਿੱਚ ਨਫ਼ਰਤ, ਗਲਾਨੀ, ਸਾੜਾ, ਈਰਖਾ ਇਹ ਨਹੀਂ ਹੋਣੇ ਚਾਹੀਦੇ। ਔਰ ਖਿਆਲ ਕਰਨਾ, ਜਿਹੜੇ ਲੋਕ ਈਰਖਾ ਵਿੱਚ ਜੀਂਦੇ ਨੇ
ਉਹਨਾਂ ਮਨੁੱਖਾਂ ਦੇ ਜੀਵਨ ਵਿੱਚ ਕਦੀ ਸੱਚ ਦੀ ਪ੍ਰਾਪਤੀ ਉਹਨਾਂ ਨੂੰ ਨਹੀਂ ਹੋਣੀ। ਉਹਨਾਂ ਨੂੰ ਕੋਈ ਵੀ ਭੇਖ ਉਹ ਧਾਰਨ ਕਰ ਲੈਣ, ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ, ਕਿਉਂਕਿ ਭੇਖਾਂ ਨੂੰ, ਖਾਸ ਲਿਬਾਸ ਨੂੰ ਦੇਖ ਕੇ ਪਰਮਾਤਮਾ ਖੁਸ਼ ਨਹੀਂ ਹੁੰਦਾ। ਕਿਉਂਕਿ ਸਾਹਿਬ ਕਹਿੰਦੇ ਨੇ, ਨਾ ਤੂੰ ਆਵੇਂ ਵਸ ਬਹੁਤ ਗਿਣਾਵ ਨੇ, ਨਾ ਤੂੰ ਆਵੇਂ ਵਸ ਵੇਦ ਪੜਾਮ ਨੇ, ਨਾ ਤੂੰ ਆਵੇਂ ਵਸ ਤੀਰਥ ਨਾਈਏ, ਨਾ ਤੂੰ ਆਵੇਂ ਵਸ ਧਰਤੀ ਤਾਈਏ, ਨਾ ਤੂੰ ਆਵੇਂ ਵਸ ਬਹੁਤ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ। ਉਹ ਭਗਤਾਂ ਦੇ ਵਸ ਵਿੱਚ ਹੈ। ਇਸ ਕਰਕੇ ਭਗਤ ਬਣਨਾ ਹੈ। ਘਰ ਵਿੱਚ ਬੈਠ ਕੇ ਹੀ ਪ੍ਰਭੂ ਦੀ ਪ੍ਰਾਪਤੀ ਹੋ ਜਾਣੀ ਹੈ, ਪਰ ਇੱਕ ਸ਼ਰਤ ਹੈ ਕਿ ਮਨੁੱਖ ਆਪਣੀ ਨੀਅਤ ਨੂੰ, ਆਪਣੇ ਮਨ ਨੂੰ ਪਵਿੱਤਰ ਕਰ ਲਵੇ। ਇਸੇ ਗੱਲ ਨੂੰ ਗੁਰੂ ਅਰਜਨ ਦੇਵ ਜੀ ਅੱਗੇ ਸਾਨੂੰ ਦੱਸ ਰਹੇ ਨੇ। ਮਹਿਲਾ ਪੰਜਵਾਂ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ। ਹੇ ਫਰੀਦ, ਜਿਨ੍ਹਾਂ ਮਨੁੱਖਾਂ ਦੇ ਅੰਦਰ ਗਰਭ, ਗਰਭ ਦਾ ਅਰਥ ਹੈ ਅਹੰਕਾਰ। ਦੋ ਅੱਖਰ ਨੇ ਬਾਣੀ ਵਿੱਚ, ਗਰਭ ਭੱਬੇ ਨਾਲ ਤੇ ਬੱਬੇ ਨਾਲ। ਜਦੋਂ ਭੱਬੇ ਨਾਲ ਆਵੇਗਾ ਉਸ ਵੇਲੇ ਮਾਤਾ ਦੇ ਗਰਭ ਦੀ ਗੱਲ ਹੋਏਗੀ, ਤੇ ਜਦੋਂ ਬੱਬੇ ਨਾਲ ਆਵੇਗਾ ਗਰਭ ਤਾਂ ਉਸ ਵੇਲੇ ਹੰਕਾਰ, ਮਾਣ ਵਾਸਤੇ ਅੱਖਰ ਆਏਗਾ। ਇਹ ਅਸੀਂ ਧਿਆਨ ਰੱਖਣਾ ਬਾਣੀ ਪੜ੍ਹਦੇ ਹਾਂ, ਕਿਉਂਕਿ ਇਸ ਦੇ ਨਾਲ ਅਰਥਾਂ ਦਾ ਅਨਰਥ ਹੋ ਸਕਦਾ ਹੈ। ਇਸ ਕਰਕੇ ਗਰਭ, ਬੱਬਾ, ਭੱਬਾ ਨਹੀਂ ਬੋਲਣਾ। ਆਖਣ ਲੱਗੇ, ਹੇ ਫਰੀਦ, ਅਹੰਕਾਰ ਦੇ ਵਿੱਚ ਜਿਹੜੇ ਮਨੁੱਖ ਅਹੰਕਾਰੀ ਨੇ, ਜਿਨ੍ਹਾਂ ਨੂੰ ਅਹੰਕਾਰ ਹੈ, ਤੇ ਵਡਿਆਈਆਂ, ਭਾਵ ਕਿ ਵਡਿਆਈਆਂ ਦਾ ਮਾਣ ਹੈ, ਦੁਨਿਆਵੀ ਇੱਜ਼ਤ ਦਾ ਮਾਣ ਹੈ, ਜਿਨ੍ਹਾਂ ਨੂੰ ਤਨ ਪਦਾਰਥਾਂ ਦਾ ਅਹੰਕਾਰ ਹੈ ਅਤੇ ਦੁਨਿਆਵੀ ਇੱਜ਼ਤ ਦਾ ਮਾਣ ਹੈ, ਵਡਿਆਈਆਂ ਦਾ ਮਾਣ ਹੈ, ਗਰਭ ਹੈ। ਕਹਿੰਦੇ ਤਨ ਜੋਬਨ ਆਗਾ। ਤਨ ਦੇ ਕਾਰਨ, ਜਵਾਨੀ ਦੇ ਕਾਰਨ, ਜਿਹੜੇ ਕਿ ਬੇਅੰਤ ਹੀ ਅਹੰਕਾਰ 'ਚ ਜਿਉਂਦੇ ਨੇ। ਇਹ ਮਨੁੱਖ ਦੇ ਅੰਦਰ ਬੜਾ ਪ੍ਰਬਲ ਹੈ। ਔਰ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ, ਧਨ ਜੋਬਨ ਪ੍ਰਭਤਾ ਕੇ ਮਦ ਮੈਂ ਅਹਨਿਸ ਰਹਿ ਦੀਵਾਨਾ। ਇਹ ਮਨੁੱਖ ਦੀ ਹਾਲਤ ਹੈ ਪਿਆਰ ਵਾਲਿਓ। ਧਨ, ਜਵਾਨੀ ਅਤੇ ਸੰਸਾਰ ਦੇ ਰਾਜ ਪਾਟ ਦਾ ਮਾਣ, ਪ੍ਰਭਤਾ, ਵਡਿਆਈ। ਇਸ ਦੇ ਵਿੱਚ ਮਨੁੱਖ ਜਦੋਂ ਪੈ ਜਾਂਦਾ ਹੈ ਨਾ, ਤੇ ਇਹ ਉਸਦੇ ਵਿੱਚ ਹੀ ਮਸਤ ਹੋ ਜਾਂਦਾ ਹੈ, ਦੀਵਾਨਾ ਹੋ ਜਾਂਦਾ ਹੈ, ਜਾਂ ਉਸ ਵਡਿਆਈ ਨੂੰ, ਧਨ, ਜਵਾਨੀ ਅਤੇ ਆਪਣੀ ਵਡਿਆਈ ਨੂੰ ਹੀ ਇਹ ਸਭ ਕੁਝ ਸਮਝ ਲੈਂਦਾ ਹੈ। ਇਹ ਮਨੁੱਖ ਦੀ ਹਾਲਤ ਹੈ। ਧਨ ਜੋਬਨ ਪ੍ਰਭਤਾ ਕੇ ਮਦ ਮੈਂ ਅਹਨਿਸ ਰਹਿ ਦੀਵਾਨਾ। ਦਿਨ ਰਾਤ ਇਹ ਦੀਵਾਨਾ ਹੋਇਆ ਫਿਰਦਾ, ਮਸਤ ਹੋਇਆ ਫਿਰਦਾ, ਅਹੰਕਾਰ ਦੇ ਵਿੱਚ ਹੁੱਲਿਆ ਫਿਰਦਾ ਹੈ। ਔਰ ਜੋ ਕਿ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਤਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ, ਪਵਨ ਕੇਰੇ ਪਤ ਜੋ ਟਲ ਟੁਲ ਜੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੂੰ ਹੁੱਲਾ, ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ। ਦਿਨ ਥੋੜੇ ਹੀ ਰਹਿ ਗਏ ਨੇ ਜੀਵਨ ਦੇ। ਇਹ ਚੋਲਾ ਹਰ ਰੋਜ਼ ਪੁਰਾਣਾ ਹੁੰਦਾ ਜਾ ਰਿਹਾ ਹੈ, ਪੁਰਾਣਾ ਹੁੰਦਾ ਜਾ ਰਿਹਾ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਦੋ ਚੀਜ਼ਾਂ ਨੇ, ਇੱਕ ਧਨ, ਧਨ ਤੋਂ ਮਿਲੀ ਵਡਿਆਈ, ਅਤੇ ਜਮਾਨੀ ਦਾ ਮਾਣ, ਅਹੰਕਾਰ। ਇਹ ਦੋ ਚੀਜ਼ਾਂ ਮਨੁੱਖ ਨੂੰ ਪਰਮੇਸ਼ਰ ਦੇ ਨੇੜੇ ਨਹੀਂ ਹੋਣ ਦਿੰਦੀਆਂ, ਰੱਬ ਨਾਲ ਸਾਂਝ ਨਹੀਂ ਬਣਨ ਦਿੰਦੀਆਂ। ਕਿਉਂਕਿ ਇਹ ਜਿਹੜੀ ਚੀਜ਼ਾਂ ਨੇ ਉਹ ਮਨੁੱਖ ਨੂੰ ਹਰ ਵੇਲੇ ਆਪਣੇ ਵੱਲ, ਔਰ ਇੱਥੇ ਤੱਕ ਲਿਖ ਦਿੱਤਾ ਕਬੀਰ ਸਾਹਿਬ ਜੀ ਨੇ
ਵੀ ਸੰਸਾਰ ਦੇ ਵਿੱਚ ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਾ ਜਾਏ। ਕੀ ਹੋਇਆ ਜੇ ਤੂੰ ਮਾਇਆ ਛੱਡ ਦਿੱਤੀ? ਕਈ ਵਾਰੀ ਬੰਦਾ ਦੇਖੋ ਨਾ, ਕਹਿੰਦਾ ਵੀ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਮੈਂ ਮਾਇਆ ਤਿਆਗ ਦਿੱਤੀ ਹੈ। ਤੇ ਸਤਿਗੁਰ ਗੁਰਬਾਣੀ 'ਚ ਆਖਦੇ ਨੇ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਤਜਿਆ ਨਾ ਜਾਏ। ਮਾਨ ਮੁਨੀ ਮੁਨਬਰ ਗਲੇ, ਮਾਨ ਸਭੈ ਕੋ ਖਾਏ। ਇੱਕ ਅਹੰਕਾਰ ਹੀ ਹੈ ਜਿਹੜਾ ਸਾਰਿਆਂ ਨੂੰ ਖਾ ਰਿਹਾ, ਭਾਵੇਂ ਉਹ ਧਨ ਦਾ ਹੋਵੇ, ਭਾਵੇਂ ਉਹ ਤਪ ਦਾ ਹੋਵੇ, ਭਾਵੇਂ ਸਾਧਨਾ ਦਾ ਹੋਵੇ। ਇਹ ਮਾਣ ਹੀ ਹੈ, ਇਹ ਹੰਕਾਰ ਹੀ ਹੈ ਜਿਹੜਾ ਕਿ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਨਹੀਂ ਹੋਣ ਦੇ ਰਿਹਾ। ਬਾਬਾ ਫਰੀਦ ਜੀ ਦੇ ਨਾਲ ਇਹ ਉਹਨਾਂ ਦੇ ਪ੍ਰਥਾਏ ਸਲੋਕ ਹੈ ਕਿ ਕੋਈ ਖਾਸ ਭੇਗ ਧਾਰਨ ਕਰਨ ਦੀ ਲੋੜ ਨਹੀਂ ਹੈ, ਕੋਈ ਖਾਸ ਲਿਬਾਸ ਧਾਰਨ ਕਰਨ ਦੀ ਲੋੜ ਨਹੀਂ ਹੈ। ਲੋੜ ਹੈ ਕਿ ਆਪਣੇ ਜੀਵਨ ਵਿੱਚੋਂ ਇਹ ਹੰਕਾਰ ਛੱਡਣ ਦੀ, ਇਹ ਮਾਣ ਛੱਡਣ ਦੀ। ਕਿਉਂਕਿ ਜਿੰਨਾ ਚਿਰ ਇਹ ਹੰਕਾਰ ਹੈ, ਜਿੰਨਾ ਚਿਰ ਇਹ ਮਾਣ ਹੈ, ਤੇ ਨੀਅਤ ਸਾਫ਼ ਨਹੀਂ ਹੈ, ਮਨ ਨਿਰਮਲ ਨਹੀਂ ਹੈ, ਤੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਇਸ ਕਰਕੇ ਆਖਰ ਨੇ, ਇਹ ਫਰੀਦ, ਜਿਨ੍ਹਾਂ ਲੋਕਾਂ ਨੂੰ ਦੁਨਿਆਵੀ ਇੱਜ਼ਤ ਦਾ ਹੰਕਾਰ ਰਿਹਾ, ਬੇਅੰਤ ਧਨ ਦੇ ਕਾਰਨ ਜਾਂ ਜਵਾਨੀ ਦੇ ਕਾਰਨ ਕੋਈ ਮਾਣ ਰਿਹਾ, ਉਹ ਜਗਤ ਵਿੱਚੋਂ ਮਾਲਕ ਦੀ ਮਿਹਰ ਤੋਂ ਸਕਨੇ ਰਹਿ ਜਾਂਦੇ ਨੇ। ਬੇਅੰਤ ਪ੍ਰਭੂ, ਅਗਾਹ ਪ੍ਰਭੂ ਦੀ ਮਿਹਰ ਤੋਂ ਸਕਨੇ ਰਹਿ ਜਾਂਦੇ ਨੇ। ਪਰਮਾਤਮਾ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਪਾਉਂਦੇ, ਕਿਉਂਕਿ ਇਹ ਜਿਹੜੀ ਦਾਤ ਹੈ ਨਾ, ਇਹ ਹੰਕਾਰ ਵਿੱਚ ਰਹਿਣ ਨਹੀਂ ਮਿਲਦੀ। ਹਰ ਭਇਓ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਨਿਓ ਨਾ ਚਾਈ, ਕਹਿ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਚੁਨ ਖਾਈ। ਹਰੀ ਪਰਮਾਤਮਾ ਦੇ ਨਾਮ ਦੀ ਖੰਡ ਇਸ ਮਿੱਟੀ 'ਚ, ਮਾਇਆ 'ਚ ਖਿਲਰੀ ਹੋਈ ਹੈ ਸੰਸਾਰ ਦੇ ਵਿੱਚ। ਪਰ ਜਦੋਂ ਤੱਕ ਮਨੁੱਖ ਹੰਕਾਰ ਰੂਪੀ ਹਾਥੀ ਬਣਿਆ ਰਹਿੰਦਾ ਹੈ, ਆਓ ਕਿ ਹੰਕਾਰ ਦੇ ਵਿੱਚ ਮਸਤ ਰਹਿੰਦਾ ਹੈ ਹਾਥੀ ਦੇ ਵਾਂਗ, ਤੇ ਇਹ ਜਿਹੜੀ ਖੰਡ ਪਈ ਹੈ ਰੇਤ ਦੇ ਵਿੱਚ, ਇਹ ਹਾਥੀ ਬਣ ਕੇ ਮਿੱਟੀ ਵਿੱਚੋਂ ਵੱਖਰੀ ਨਹੀਂ ਕੀਤੀ ਜਾ ਸਕਦੀ। ਤੁਸੀਂ ਆਖੋ ਖੰਡ ਮਿੱਟੀ ਵਿੱਚ ਖਿਲਾਰ ਕੇ, ਹਾਥੀ ਤੂੰ ਇਹ ਖੰਡ ਦੇ ਇੱਕ ਇੱਕ ਦਾਣੇ ਨੂੰ ਕੱਢ ਕੇ ਵਿਖਾ, ਉਹ ਸਾਰੀ ਮਿੱਟੀ ਤਾਂ ਉਡਾ ਦੇਗਾ, ਪਰ ਉਹ ਖੰਡ ਚੁਣ ਨਹੀਂ ਸਕਦਾ, ਉਹਦੇ ਵਿੱਚੋਂ ਕੱਢ ਨਹੀਂ ਸਕਦਾ। ਔਰ ਬਿਲਕੁਲ ਇਸ ਤਰ੍ਹਾਂ ਹੀ ਹੈ, ਜਦੋਂ ਤੱਕ ਮਨੁੱਖ ਦਾ ਮਨ ਦੇ ਵਿੱਚ ਅਹੰਕਾਰ ਹੈ, ਅਹੰਕਾਰੀ ਮਨੁੱਖ ਵੀ ਪਰਮਾਤਮਾ ਦੇ ਨਾਮ ਦੀ ਖੰਡ ਨੂੰ ਪ੍ਰਾਪਤ ਨਹੀਂ ਕਰ ਸਕਦਾ। ਹਰ ਭਇਓ ਖਾਂਡ ਰੇਤ ਮੈਂ ਵਿਖਰੀ, ਚੁਨਿਓ ਨਾ ਜਾਈ, ਕਹਿ ਕਬੀਰ ਗੁਰ ਭਲੀ ਬੁਝਾਈ। ਕਵੀ ਸਾਹਿਬ ਆਖਦੇ ਨੇ, ਮੇਰੇ ਗੁਰੂ ਨੇ ਚੰਗੀ ਤਰ੍ਹਾਂ ਇਹ ਗੱਲ ਸਮਝਾ ਦਿੱਤੀ ਹੈ, ਬੁਝਾ, ਚੀਟੀ ਹੋਏ ਚੁਨ ਖਾਈ, ਤੂੰ ਕੀੜੀ ਦੀ ਤਰ੍ਹਾਂ ਬਣ ਜਾ। ਕੀੜੀ ਦਾ ਅਰਥ ਹੈ ਨਿਮਰਤਾ, ਹਾਥੀ ਦਾ ਅਰਥ ਹੈ ਹੰਕਾਰ। ਆਓ ਕਿ ਹੰਕਾਰ ਵਿੱਚ ਰਿਹਾ, ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ। ਔਰ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਨੁੱਖ ਨੂੰ ਧਨ ਦਾ, ਜਵਾਨੀ ਦਾ, ਪਦਾਰਥਾਂ ਦਾ ਇਹ ਮਾਣ ਹੈ। ਮੇਰੇ ਕੋਲ ਇਤਨੇ ਪਦਾਰਥ ਨੇ, ਮੇਰੇ ਕੋਲ ਇਤਨਾ ਧਨ ਹੈ, ਮੇਰੇ ਕੋਲ ਜਵਾਨੀ ਹੈ। ਆਓ ਕਿ ਜਦੋਂ ਤੱਕ ਕਿਸੇ ਵੀ ਕਿਸਮ ਦਾ ਜੀਵਨ ਦੇ ਅੰਦਰ ਅਹੰਕਾਰ ਹੈ, ਮਾਣ ਹੈ ਕਿਸੇ ਵੀ ਚੀਜ਼ ਦਾ, ਉਨਾ ਚਿਰ ਪਰਮਾਤਮਾ ਦੀ ਰਹਿਮਤ ਨਹੀਂ ਹੈ, ਬਖਸ਼ਿਸ਼ ਨਹੀਂ ਹੈ। ਕਿਸ ਤਰ੍ਹਾਂ? ਬੜੇ ਪਿਆਰ ਨਾਲ ਜਿਹੜੀ ਉਦਾਹਰਨ ਦੇ ਕੇ ਕਹਿਣ ਲੱਗੇ ਬਾਬਾ ਜੀ, ਖਾਲੀ ਚਲੇ ਧਣੀ ਸਿਉ ਟਿੱਬੇ ਜੋ ਮੀਹਾ। ਆਖਣ ਲੱਗੇ ਉਹ ਮਨੁੱਖ ਇਸ ਤਰ੍ਹਾਂ ਖਾਲੀ ਰਹਿ ਜਾਂਦੇ ਨੇ, ਜਿਸ ਤਰ੍ਹਾਂ ਟਿੱਬੀ ਦੇ ਉੱਤੇ ਬਰਸਾਤ ਹੁੰਦੀ ਹੈ, ਮੀਂਹ ਪੈਂਦਾ ਹੈ, ਵਰਖਾ ਹੁੰਦੀ ਹੈ,
ਪਰ ਵਰਖਾ ਹੋਣ ਤੋਂ ਬਾਅਦ, ਬਰਸਾਤ ਤੋਂ ਬਾਅਦ ਕਿਤੇ ਟਿੱਲੇ ਨੂੰ ਦੇਖਣਾ, ਟਿੱਬੇ ਨੂੰ ਵੇਖਣਾ, ਉਹਦੇ ਤੇ ਇੱਕ ਵੀ ਬੂੰਦ ਨਹੀਂ ਹੋਏਗੀ। ਆਖਾਂਗੇ ਹੁਣੇ ਤੇ ਬਰਸਾਤ ਹੋਈ, ਪਰ ਟਿੱਲੇ ਤੇ ਪਾਣੀ ਨਹੀਂ ਰੁਕਦਾ। ਬਰਸਾਤ ਹੋਣ ਤੋਂ ਬਾਅਦ ਵੀ ਉਹ ਖਾਲੀ ਰਹਿ ਜਾਂਦਾ ਹੈ। ਖਾਲੀ ਚਲੇ ਧਣੀ ਸਿਉ, ਧਣੀ ਦਾ ਅਰਥ ਹੈ ਪਰਮਾਤਮਾ, ਵਾਹਿਗੁਰੂ। ਆਖਣ ਲੱਗੇ ਉਹ ਪਰਮਾਤਮਾ ਤੋਂ ਖਾਲੀ ਰਹਿ ਜਾਂਦੇ ਹਨ, ਖਾਲੀ ਚਲੇ ਜਾਂਦੇ ਹਨ। ਜਿਨ੍ਹਾਂ ਦੇ ਜੀਵਨ ਵਿੱਚ ਅਹੰਕਾਰ ਹੈ, ਜਿਨ੍ਹਾਂ ਦੇ ਜੀਵਨ ਵਿੱਚ ਮਾਣ ਹੈ, ਉਹਨਾਂ ਦੀ ਹਾਲਤ ਇਸ ਤਰ੍ਹਾਂ ਜਿਵੇਂ ਮੀਂਹ ਤੋਂ ਬਾਅਦ ਟਿੱਬਾ ਜਿਹੜਾ ਸੁੱਕਾ ਰਹਿ ਜਾਂਦਾ ਹੈ, ਇਸ ਤਰ੍ਹਾਂ ਹੀ ਉਹ ਵੀ ਪਰਮਾਤਮਾ ਦੀ ਬਖਸ਼ਿਸ਼ ਤੋਂ ਸਖਨੇ ਰਹਿ ਜਾਂਦੇ ਹਨ, ਉਹ ਵੀ ਸੁੱਕੇ ਰਹਿ ਜਾਂਦੇ ਹਨ। ਖਿਆਲ ਕਰਨਾ, ਹਰ ਇੱਕ ਮਨੁੱਖ ਪਰਮਾਤਮਾ ਦੀ ਬਖਸ਼ਿਸ਼ ਚਾਹੁੰਦਾ ਹੈ, ਪ੍ਰਭੂ ਦੀ ਰਹਿਮਤ ਚਾਹੁੰਦਾ ਹੈ। ਪਰ ਜੀਵਨ ਵਿੱਚ ਇੱਕ ਗੱਲ ਪੱਕੀ ਕਰ ਲੈਣਾ ਕਿ ਜਦੋਂ ਤੱਕ ਸਾਡੇ ਜੀਵਨ ਵਿੱਚ ਅਹੰਕਾਰ ਹੈ, ਪਰਮਾਤਮਾ ਦੀ ਕਿਰਪਾ ਨਹੀਂ ਹੈ। ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਜਦੋਂ ਤੱਕ ਮੈਂ ਹੈ ਉਹ ਪਰਮਾਤਮਾ ਨਹੀਂ ਹੈ, ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੈ, ਪਰਮਾਤਮਾ ਦੀ ਮਿਹਰ ਨਹੀਂ ਹੈ। ਜਿੱਥੇ ਮੈਂ ਹੈ, ਮੈਂ ਦਾ ਟਿੱਬਾ ਬਣਿਆ ਹੋਇਆ, ਉੱਥੇ ਪਰਮਾਤਮਾ ਬਰਸਾਤ ਕਰਦਾ ਹੈ, ਪਰ ਉੱਥੇ ਮਿਹਰ ਟਿਕਦੀ ਨਹੀਂ ਹੈ, ਮੈਂ ਟਿਕਣ ਨਹੀਂ ਦਿੰਦੀ। ਪਰਮਾਤਮਾ ਉਸ ਹਿਰਦੇ ਵਿੱਚ ਵੀ ਹੈ, ਪਰ ਖਿਆਲ ਕਰਨਾ, ਜਦੋਂ ਤੱਕ ਮੈਂ ਹੈ ਉਦੋਂ ਤੱਕ ਪਰਮਾਤਮਾ ਨਹੀਂ ਹੈ। ਇਸ ਨੁਕਤੇ ਨੂੰ ਸਮਝ ਲੈਣਾ, ਕਿਉਂਕਿ ਜਿੱਥੇ ਮੈਂ ਹੈ ਨਾ, ਉੱਥੇ ਨਾਮ ਨਹੀਂ ਟਿਕਦਾ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ, ਦੋਵੇਂ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਨਹੀਂ ਵਸਦੀਆਂ। ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਟਿਕਦਾ, ਜਿੱਥੇ ਨਾਮ ਵਸ ਗਿਆ ਉੱਥੇ ਹਉਮੈ ਨਹੀਂ ਰਹੇਗੀ। क्योंकि जब हम होते तब तू नाही, अब तू ही मैं नाही। अनल अगम जैसे लहर में उदत जल केवल जल माही। इस करके गुरु अर्जन देव जी पिता महाराज आख रहे ने, हे फरीद जी, ये दुनियावी इज्जत दा हंकार, बेअन धन या जमानी दे कारण कोई भी माण मनु कर रहा है, किसी भी चीज़ का हंकार है, वो जगत विचों मालक प्रभु की मेहर तो सकना ही चला जाता है, परमात्मा की बख्शिश का पात्र नहीं बनता। और मैनू कहण देना, अज असी कहते हैं जिहदे कोल 4 पैसे हैगे ने, धन हैगा, असी कहते देखो परमात्मा की कितनी मेहर है। गुस्ताखी माप, ये मेहर नहीं है, साडी कसवटी गलत है। मेहर ये है कि जितना भी है उसदे विचों संतुष्ट है कि नहीं। मेहर ये है कि वो परमात्मा के नाम नाल जुड़िया होया है, या अहंकार दे विच जीवन गुजार रहा है। जे अहंकार विच समझ लो उस परमात्मा की बख्शिश तो खाली है जी। क्योंकि झूठी झुंपड़ी चीर सब छिन्ना, सारे कपड़े लीरो लीर होए होए होण। जात ना पत ना आदरो उद्यान भरमन्ना, कोई उच्ची जात उच्ची कुल ना होवे। उद्यान भरमन्ना, कोई रहन वास्ते घर भी ना होवे, जंगल विच रहिंदा होवे, खुले च रहिंदा होवे। मित्र ना इठ धनहीन, किछ साक ना सन्ना, ना कोई मित्र होवे, ना धन होवे, ना कोई साग संबंधी होवे। पर ख्याल करना, राजा सगली सृष्टि का हर नाम मन पिन्ना, वो सारी सृष्टि का राजा है जिसका मन प्रभु के नाम दे विच भिज गया, नाम नाल जुड़ गया। और नाम नाल मन जुड़िया, समझ लो कि परमात्मा की मेहर हो गई है। भुलेखा ना करना कि दुनियावी पदार्थ बद रहे ने, तो परमात्मा की बहुती मेहर है। भगत समझते हैं कि जे साडी बंदगी बद रही है, साडा सिमरन बद रहा है, साधना बद रही है, जीवन सफला हो रहा है, मनुखा जीवन मिलिया होया सकारत हो रहा है, तो वह कहते हैं हाँ रब की मेहर हो गई साडे उत्ते।
ਰੱਬ ਦੀ ਮਿਹਰ ਹੋ ਗਈ। ਤੁਸੀਂ ਰੋਜ਼ ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋ, ਮਹਾਰਾਜ ਕਹਿੰਦੇ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੂੰ ਗੁਰ ਪਾਸ, ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ। ਹੇ ਮੇਰੇ ਪ੍ਰਭੂ, ਮੇਰੇ ਉੱਤੇ ਦਇਆ ਕਰ, ਮੈਨੂੰ ਨਾਮ ਬਖਸ਼, ਤਾਂ ਕਿ ਮੇਰੇ ਅੰਦਰ ਨਾਮ ਸਦਕਾ ਚਾਨਣ ਹੋ ਜਾਏ, ਸੋਝੀ ਆ ਜਾਏ। ਮੈਨੂੰ ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਹਰੀ ਦੀ ਕੀਰਤੀ ਸਾਡੀ ਰਾਹ ਦੀ ਪੂੰਜੀ ਹੈ। ਔਰ ਪਰਮਾਤਮਾ ਦੀ ਦਇਆ ਜਿਸ ਦੇ ਉੱਤੇ ਹੋ ਜਾਂਦੀ ਹੈ, ਪਰਮਾਤਮਾ ਉਸ ਦੇ ਵੱਲ ਆਪ ਹੋ ਜਾਂਦਾ ਹੈ। ਸਨਾਤਨ ਦੀ ਇਹ ਕਥਾ ਕਿ ਜਦੋਂ ਅਰਜੁਨ ਕ੍ਰਿਸ਼ਨ ਜੀ ਦੇ ਕੋਲ ਜਾਂਦਾ ਹੈ ਅਤੇ ਧਿਆਨ ਦੇਣਾ ਦੁਰਯੋਧਨ ਵੀ ਜਾਂਦਾ ਹੈ, ਕੌਰਵਾਂ ਤੇ ਪਾਂਡਵਾਂ ਦੇ ਵਿੱਚ ਆਪਸੀ ਮਤਭੇਦ ਚੱਲ ਰਹੇ ਨੇ। ਅਰਜੁਨ ਵੀ ਜਾਂਦਾ ਹੈ ਔਰ ਅਰਜੁਨ ਜਾ ਕੇ ਉਹਨਾਂ ਦੇ ਕਦਮਾਂ ਦੇ ਵਿੱਚ ਬਹਿ ਜਾਂਦਾ ਹੈ। ਯੁਧਿਸ਼ਠਰ ਜਿਹੜਾ ਉਹ ਸਿਰ ਵਾਲੇ ਪਾਸੇ ਜਿਹੜਾ ਦੁਰਯੋਧਨ ਹੈ ਉਹ ਸਿਰ ਵਾਲੇ ਪਾਸੇ ਜਾ ਕੇ ਖੜ ਜਾਂਦਾ ਹੈ। ਜਦੋਂ ਉੱਠਦੇ ਨੇ ਕ੍ਰਿਸ਼ਨ ਜੀ ਮਹਾਰਾਜ ਤਾਂ ਅਰਜੁਨ ਨੂੰ ਦੇਖਦੇ ਨੇ, ਪੁੱਛਦੇ ਨੇ ਕੀ ਹਾਲ ਹੈ। ਇਹ ਦੁਰਯੋਧਨ ਕਹਿੰਦਾ ਹੈ ਪਹਿਲਾਂ ਮੈਂ ਆਇਆ। ਹਾਲ ਤੁਸੀਂ ਅਰਜੁਨ ਦਾ ਪੁੱਛਦੇ ਹੋ? ਉਹ ਕਹਿਣ ਲੱਗੇ ਵੀ ਮੈਂ ਅਰਜੁਨ ਨੂੰ ਦੇਖਿਆ। ਫਿਰ ਵੀ ਕਹਿਣ ਲੱਗੇ ਦੱਸੋ ਕਿਸ ਕੰਮ ਵਾਸਤੇ ਆਏ? ਦੁਰਯੋਧਨ ਨੂੰ ਕਿਹਾ ਵੀ ਤੂੰ ਹੀ ਬੇਨਤੀ ਕਰ। ਕਹਿੰਦੇ ਨੇ ਅਸੀਂ ਪਾਂਡਵਾਂ ਦੇ ਨਾਲ ਲੜਾਈ ਕਰਨੀ ਹੈ ਤੇ ਆਪ ਜੀ ਕੋਲ ਮੈਂ ਆਪ ਜੀ ਦੀ ਫੌਜ ਲੈਣ ਵਾਸਤੇ ਆਇਆ। ਜਾਂ ਦਿੱਤੀ ਤੈਨੂੰ ਸਾਰੀ ਫੌਜ। ਅਰਜੁਨ ਨੂੰ ਪੁੱਛਿਆ ਦੱਸ ਤੈਨੂੰ ਕੀ ਚਾਹੀਦਾ? ਫੌਜ ਤਾਂ ਸਾਰੀ ਕੌਰਵਾਂ ਨੇ ਲੈ ਲਈ ਹੈ, ਤੈਨੂੰ ਕੀ ਚਾਹੀਦਾ? ਕਹਿੰਦੇ ਭਗਵਾਨ ਮੈਨੂੰ ਤੁਸੀਂ ਚਾਹੀਦੇ ਹੋ, ਮੈਨੂੰ ਤੁਸੀਂ ਚਾਹੀਦੇ ਹੋ। ਜਿਹੜੇ ਭਗਤ ਨੇ ਉਹ ਭਗਵਾਨ ਨੂੰ ਮੰਗਦੇ ਨੇ, ਰੱਬ ਨੂੰ ਮੰਗਦੇ ਨੇ। ਜਿਹੜੇ ਸੰਸਾਰੀ ਲੋਕ ਨੇ ਉਹ ਭਗਵਾਨ ਦੀਆਂ ਬਣਾਈਆਂ ਵਸਤੂਆਂ ਨੂੰ ਮੰਗਦੇ ਨੇ। ਗੱਲ ਨੂੰ ਥੋੜ੍ਹਾ ਸਮਝਿਓ। ਜਿਸ ਘਰ ਵਿੱਚ ਰੱਬ ਆ ਗਿਆ ਸਮਝ ਲਓ ਸਭ ਕੁਝ ਆ ਗਿਆ। ਸਭੇ ਥੋਕ ਪ੍ਰਾਵਤੇ, ਜਾਂ ਆਵੇਂ ਇੱਕ ਹੱਥ ਗੁਰ ਤੇ ਮਹਿਲ ਪ੍ਰਾਵਤੇ, ਜੇ ਲਿਖਿਆ ਹੋਵੇ ਮਤ। ਸਭ ਕੁਝ ਥੋਕ 'ਚ ਮਿਲ ਜਾਂਦਾ ਹੈ ਜਿੱਥੇ ਕਿ ਉਹ ਪਰਮਾਤਮਾ ਹੱਥ ਵਿੱਚ ਆ ਜਾਏ। ਇਹ ਮਿਹਰ ਹੈ। ਰੱਬ ਜੀ ਦੀ ਪ੍ਰਾਪਤੀ ਹੋ ਜਾਣੀ, ਪਰਮੇਸ਼ਰ ਦੇ ਨਾਲ ਸਾਂਝ ਬਣ ਜਾਣੀ, ਸਭ ਕੁਝ ਥੋਕ 'ਚ ਮਿਲ ਜਾਣਾ। ਕੁਛ ਮਿਲ ਗਿਆ ਸੰਸਾਰ ਦੇ ਵਿੱਚ, ਪਦਾਰਥ ਮਿਲ ਗਏ ਨੇ, ਦਾਤਾਂ ਮਿਲ ਗਈਆਂ ਨੇ, ਔਰ ਸਮਝ ਲੈਣਾ ਕਿ ਇਹ ਮਿਹਰ ਹੈ ਤੇ ਗੁਸਤਾਖੀ ਮਾਫ। ਅਜੇ ਅਸੀਂ ਉਸ ਦੀ ਮਿਹਰ ਨੂੰ ਸਮਝਿਆ ਨਹੀਂ। ਉਸ ਦੀ ਮਿਹਰ ਹੈ, ਉਸ ਦੀ ਕਿਰਪਾ ਹੈ ਕਿ ਜੋ ਉਸ ਦੀ ਸਭ ਤੋਂ ਪਿਆਰੀ ਦਾਤ ਹੈ ਉਹ ਜਿਸ ਨੂੰ ਦਿੰਦਾ ਹੈ ਸਮਝ ਲਓ ਕਿ ਉਸ ਦੇ ਉੱਤੇ ਮਿਹਰ ਕਰੇ। ਔਰ ਸਭ ਤੋਂ ਪਿਆਰੀ ਕੋਈ ਦਾਤ ਰੱਬ ਦੀ ਹੈ, ਉਹ ਉਸ ਦਾ ਨਾਮ ਹੈ। ਜਦੋਂ ਕਿਸੇ ਦੀ ਝੋਲੀ ਵਿੱਚ ਨਾਮ ਪਾ ਦਿੰਦਾ ਹੈ ਮੇਰਾ ਪ੍ਰਭੂ, ਸਮਝ ਲਓ ਕਿ ਉਸ ਮਨੁੱਖ ਦੇ ਉੱਤੇ ਪਰਮਾਤਮਾ ਨੇ ਮਿਹਰ ਕਰ ਦਿੱਤੀ ਹੈ, ਕਿਉਂਕਿ ਸਭ ਤੋਂ ਪਿਆਰੀ ਦਾਤ ਹੈ। ਔਰ ਪਿਆਰੀ ਵਸਤ ਉਸ ਨੂੰ ਹੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਪਿਆਰ ਹੋਵੇ। ਤੁਸੀਂ ਦੇਖੋ ਨਾ, ਸੰਸਾਰ ਦੇ ਵਿੱਚ ਕੋਈ ਸਾਡੇ ਦਰ 'ਤੇ ਮੰਗਣ ਵਾਸਤੇ ਆਵੇ, ਫਰਿਆਦੀ ਆਵੇ, ਤੇ ਅਸੀਂ ਘਰ ਦਾ ਕੀਮਤੀ ਸਮਾਨ ਉਸ ਨੂੰ ਨਹੀਂ ਦਿੰਦੇ। ਜਿਹੜੀ ਸਾਡੇ ਤੋਂ ਬੇਕਾਰ ਚੀਜ਼ ਹੈ ਅਸੀਂ ਉਸ ਨੂੰ ਦੇ ਦਿੰਦੇ ਨੇ। ਪਰ ਕੀਮਤੀ ਤੋਂ ਕੀਮਤੀ ਚੀਜ਼ ਅਸੀਂ ਆਪਣੇ ਪੁੱਤਰਾਂ ਨੂੰ, ਆਪਣੇ ਸੰਤਾਨ ਨੂੰ ਦਿੰਦੇ ਹਾਂ। ਕਿਉਂ? ਕਿਉਂਕਿ ਉਹ ਆਪਣੇ ਜਾਪਦੇ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਜਿਹੜਾ ਉਸਦਾ ਆਪਣਾ ਜਾਪਦਾ ਹੈ, ਉਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇ ਦਿੰਦਾ ਹੈ, ਨਾਮ ਦੀ ਦਾਤ ਦੇ ਦਿੰਦਾ ਹੈ।
क्योंकि नाम तो बिना, उसकी बख्शिश तो बिना, मेहर तो बिना मनुख संसार तो खाली चला जाता है। उसकी हालत ऐसी जिवें टिब्बे ते मीह पैंदा है, वरसन के पिछों ना, बरसात होने तो पिछों वो टिब्बा सुक्का रह जाता है। इस तरह ही परमात्मा की बख्शिश तो सकने रह जाते हैं जिहड़े संसार के पदार्थों का हंकार करते हैं। इस करके गुरबाणी ने कहा कि इन्हां चीज़ों का मान ना करी। कबीर गर्भ ना कीजिए ऊंचा देख आवास, आज काल फोए लेटना ऊपर जामे कास। ऊंचा कर देख के या धन पदार्थ देख के हंकार ना करी। अज नहीं तो कल धरती जमीन के थले तैनूं लेटना ही पैना, ते उत्तों फिर कहा जम जानी है, तेरी कबर दे उत्तों जाना पैना। इस करके जतन कर कि परमात्मा की मेहर का पात्र होने वास्ते, उसकी बख्शिश के वास्ते दिन रात अरजोइयां कर कि दाता किरपा कर साडे उत्ते विसर नाही दातार, अपना नाम देहे गुण गावां दिन रात, नानक चाओ ये चाह बनया रहे जीवन च। क्योंकि नाम सब तो प्यारी दात है रब दी। पर संसार के पदार्थों में गलतान हुए मनुख, दुनियावी पदार्थों में गिजे हुए मनुख, आचरण तो डिगे हुए मनुख संसार के विचों होर दातां होर चीज़ों की ख्वाहिशां रखते। वो खसम नूं नहीं मनते, वो खसम के माल वल उन्हां दी नज़र होंदी है, उसका की माल। वो परमात्मा नूं नहीं मनते, परमात्मा की दातां नूं मनते हैं। उन्हां दी हालत है दात प्यारी विसरिया दातारा, जाने ना ही मरण विचारा। पति नहीं चाहिए, खसम नहीं चाहिए, खसम के कोल जो पदार्थ ने वो चाहिए। और ये दुहागण की निशानी है, ये कुलखणी की निशानी है, ये कूनार की निशानी है। सुहागण की तो निशानी ये है कि वह कहती है पति जी तुसी चाहिए हो, ये धन पदार्थ भावें बिल्कुल ना होण पर थोड़े नाल मैं सुखी रह सकती हाँ। जिवें कल भी थोड़े नाल वचन कीते सी। फिर अगले वचन कीते बाबा जी ने, फरीदा तिन्ना मुख डरावने जिन्ना विसारे ओन नाऊ। बाबा फरीद जी अगे पूरी गल खोलना चाहते हैं, इस गल की अगे होर गवाही दे रहे हैं कि हे फरीद तिन्ना मुख डरावने जिन्ना विसारे ओन नाऊ। जिन्हां बंदियां ने परमात्मा का नाम भुलाया होया है, रब दे नाम नूं भुलाया होया, उन्हां दे मूँह डरावने लगते हैं, उन्हां नूं वेख के डर लगता है। भावें वो पट पहनण वाले होण, धन वाले होण, जवानी वाले होण जां मान वडियाइयां वाले होण, पर बाबा फरीद जी देख आखदे ने कि जिन्हां ने नाम नूं भुलाया उन्हां तो देख के डर लगता है। क्यों डर लगता है? धन गुरु रामदास जी के वचन ने, जिन हर हृदय नाम न वस्यो तिन मात कीजै हर बांझा, तिन सुंझी देह फिरै बिन नामै ओए खब कप मूहे करांजा। क्योंकि वो आप भी खुआर होंदे ने ते होरां नूं भी खुआर करदे, वो आप भी दुखी होंदे ने होरनां नूं भी दुखी करदे ने जिन्हां ने नाम नूं भुलाया। संसार दे विच जे कोई बहुता दुख दे रहा है ना, उसका कि माप वो लोग ने जिन्हां ने नाम नूं भुलाया होया, परमात्मा की याद नूं खुंजाया होया। वो आप भी दुखी ने, संसार नूं दुख दे रहे हैं, संसार नूं दुख दे रहे हैं। इस करके बाबा फरीद जी कहते हैं कि उन्हां बंदियां दा जिहड़ा मुख है ना, मैनूं डरावना प्रतीत हुंदा है, उन्हां कोलों डर लगता है। देखो एक गल विचारना जीवन विच, जिन्हां ने नाम नूं विसारिया वो लोभी भी होणगे, वो कपटी भी होणगे, उन्हां दे जीवन विच मोह भी होवेगा। हर पक्षों उन्हां दा जीवन जिहड़ा है वो ओगना नाल भरिया होएगा। ते जिन्हां ने नाम भुलाया जे वो लोभी होए ना, ते बाणी ने यह गल बड़ी प्यार नाल साडे अगे रखी कि लोभी का वेसा न कीजै, जे का पार वसाए अंत काल तिथै तू है जिथै हत न कोई पाए।
ਲੋਭੀ ਬੰਦੇ ਦਾ ਵਿਸ਼ਵਾਸ ਨਾ ਕਰੀ। ਅੱਜ ਜਗਤ ਤੇ ਜੋ ਅਸੀਂ ਦੇਖ ਰਹੇ ਨਾ, ਇਹ ਲੋਭੀ ਬੰਦੇ ਨੇ ਭਰਾ ਦਾ ਕਤਲ ਕਰ ਦਿੰਦੇ ਨੇ। ਲੋਭੀ ਬੰਦੇ ਪਿਤਾ ਦਾ ਕਤਲ ਕਰ ਦਿੰਦੇ ਨੇ, ਮਾਂ ਦਾ ਕਤਲ ਕਰ ਦਿੰਦੇ ਨੇ। ਇਹ ਲੋਭੀ ਬੰਦੇ ਨੇ। ਲੋਭੀ ਬੰਦੇ ਪਤਨੀ ਦਾ ਕਤਲ ਕਰ ਦਿੰਦੇ ਨੇ, ਲੋਭੀ ਬੰਦੇ ਬੱਚਿਆਂ ਦਾ ਕਤਲ ਕਰ ਦਿੰਦੇ ਨੇ। ਇਸ ਕਰਕੇ ਲੋਭੀ ਦਾ ਵਿਸ਼ਵਾਸ ਨਹੀਂ ਕਰਨਾ। ਔਰ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਲੋਭ ਆਸ਼ਰਿਤ ਕੀਤਾ ਹੋਇਆ। ਪਿੱਛੇ ਉਹਨਾਂ ਦੇ ਗਾਲਾਂ ਕੱਢਣਗੇ, ਮੁਖ ਦੇ ਉੱਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ। ਆਪਣਾ ਲੋਭ ਤੇ ਲੋੜ ਪੂਰੀ ਹੋ ਗਈ ਤੇ ਉਹਨਾਂ ਨਾਲ ਕੋਈ ਵਾਸਤਾ ਨਹੀਂ। ਔਰ ਇਹ ਤਾਦਾਦ ਅੱਜ ਸੰਸਾਰ ਵਿੱਚ ਵੱਧਦੀ ਜਾ ਰਹੀ ਹੈ। ਇਸ ਕਰਕੇ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦੇ ਨਾਮ ਨੂੰ ਭੁਲਾਇਆ ਹੋਇਆ, ਉਹਨਾਂ ਦੇ ਮੂੰਹ ਡਰਾਵਨੇ ਲੱਗਦੇ ਹਨ। ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਹੈ। ਭਾਵੇਂ ਉਹ ਪੱਟ ਪਹਿਨਣ ਵਾਲੇ ਹੋਣ, ਰੇਸ਼ਮੀ ਕੱਪੜੇ ਪਾਏ ਹੋਣ, ਭਾਵੇਂ ਧਨ ਵਾਲੇ ਹੋਣ, ਜ਼ੁਬਾਨੀ ਵਾਲੇ ਹੋਣ, ਮਾਣ ਵਡਿਆਈ ਵਾਲੇ ਹੋਣ, ਉਹਨਾਂ ਨੂੰ ਦੇਖ ਕੇ ਡਰ ਲੱਗਦਾ ਹੈ। ਵਸਤਰ ਬੜੇ ਕੀਮਤੀ ਨੇ, ਬੜਾ ਧਨ ਪਦਾਰਥ ਨੇ, ਪਰ ਨਾਮ ਭੁਲਾਇਆ ਹੈ। ਨਾਮ ਜੀਵਨ ਦੇ ਵਿੱਚ ਨਹੀਂ, ਸੱਚ ਜੀਵਨ ਵਿੱਚ ਨਹੀਂ। ਉਹ ਹਿਟਲਰ ਬਣ ਜਾਂਦੇ ਨੇ, ਔਰੰਗਜ਼ੇਬ ਵਰਗੇ ਬਣ ਜਾਂਦੇ ਨੇ, ਕਿਉਂਕਿ ਜੀਵਨ ਵਿੱਚ ਨਾਮ ਨਹੀਂ ਹੈ। ਮਹਾਰਾਜ ਠੀਕ ਹੈ, ਇੱਥੇ ਸੰਸਾਰ ਦੇ ਵਿੱਚ ਉਹ ਹਿਟਲਰ ਬਣ ਕੇ ਜਿਉਂਦੇ ਨੇ, ਔਰੰਗਜ਼ੇਬ ਬਣ ਕੇ ਜਿਉਂਦੇ ਨੇ, ਜਾਂ ਹੋਰ ਖਤਰਨਾਕ ਰੂਪ ਧਾਰਨ ਕਰ ਲੈਂਦੇ ਨੇ। ਪਰ ਇੱਕ ਗੱਲ ਦੱਸੋ ਕਿ ਐਸੇ ਬੰਦੇ ਜਗਤ ਵਿੱਚ ਸੁਖੀ ਰਹਿੰਦੇ ਨੇ? ਵੀ ਜਿਨ੍ਹਾਂ ਕੋਲ ਧਨ ਹੈ, ਰੇਸ਼ਮੀ ਵਸਤਰ ਨੇ, ਮਾਣ ਵਡਿਆਈ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨਾਂ ਕੋਲ ਜਮਾਨੀ ਹੈ, ਜਮਾਨੀ ਦਾ ਮਾਣ ਤੇ ਅਹੰਕਾਰ ਹੈ। ਆਖਣ ਲੱਗੇ ਸੱਚਾਈ ਤਾਂ ਇਹ ਹੈ, ਬਾਬਾ ਫਰੀਦ ਜੀ ਕਹਿੰਦੇ ਐਥੈ ਦੁੱਖ ਘਨੇਰੀਆਂ, ਐਥੈ ਦੁੱਖ ਘਨੇਰੀਆਂ। ਆਖਣ ਲੱਗੇ ਇਸ ਸੰਸਾਰ ਦੇ ਵਿੱਚ ਪਾਓ, ਉਹ ਇੱਥੇ ਜਿਉਂਦੇ ਹਨ, ਉਹਨਾਂ ਨੂੰ ਕਈ ਦੁੱਖ ਵਾਪਰਦੇ ਹਨ। ਮਤਾ ਸਮਝਿਓ ਕਿ ਕਿਸੇ ਦੇ ਕੋਲ ਕੀਮਤੀ ਵਸਤਰ ਨੇ ਤੇ ਉਹ ਸੁਖੀ ਹੋਏਗਾ। ਮਤਾ ਸਮਝਿਓ ਕਿ ਕਿਸੇ ਮਨੁੱਖ ਦੇ ਕੋਲ ਧਨ ਹੈ ਤੇ ਉਹ ਸੁਖੀ ਹੋਏਗਾ। ਮਤਾ ਸਮਝਿਓ ਕੋਈ ਜਵਾਨ ਹੈ ਤੇ ਉਹ ਸੁਖੀ ਹੋਏਗਾ। ਮਤਾ ਸਮਝਿਓ ਕਿਸੇ ਦੇ ਕੋਲ ਕੋਈ ਮਾਣ ਵਡਿਆਈ ਇੱਜ਼ਤ ਹੈ ਤੇ ਉਹ ਸੁਖੀ ਹੋਏਗਾ। ਜੇ ਹੰਕਾਰ ਦੇ ਵਿੱਚ ਹੈ, ਕਿਸੇ ਵੀ ਚੀਜ਼ ਦਾ ਮਾਣ ਹੈ ਮਨੁੱਖ ਨੂੰ, ਤੇ ਇੱਥੇ ਉਹ ਦੁਖੀ ਹੀ ਹੈ। ਅਹੰਕਾਰੀ ਬੰਦਾ ਕਦੀ ਸੁਖੀ ਨਹੀਂ ਹੋ ਸਕਦਾ। ਗੁਸਤਾਖੀ ਮੁਆਫ, ਭਾਵੇਂ ਉਹ ਕਿਸੇ ਵੀ ਚੀਜ਼ ਦਾ ਮਨੁੱਖ ਨੂੰ ਅਹੰਕਾਰ ਹੈ ਜੀਵਨ ਦੇ ਅੰਦਰ, ਕਿਉਂਕਿ ਅਹੰਕਾਰੀ ਮਨੁੱਖ ਦੇ ਅਹੰਕਾਰ ਨੂੰ ਸੱਟ ਵੱਜਦੀ ਹੈ। ਇਹਨੂੰ ਹੋਰ ਸੌਖਾ ਕਰਦੇ ਹਾਂ, ਗੱਲ ਪਕੜ ਵਿੱਚ ਆਵੇਗੀ। ਇੱਕ ਮਨੁੱਖ ਗਲਤ ਰਸਤੇ ਤੇ ਤੁਰਿਆ ਔਰ ਚਲਾ ਗਿਆ 5-6 ਕਿਲੋਮੀਟਰ ਦੂਰ। ਅੱਗੇ ਜਾਂ ਰਸਤਾ ਬੰਦ ਹੈ ਜਾਂ ਉਹ ਰਸਤਾ ਗਲਤ ਹੈ। ਉਸਨੇ ਕਿਸੇ ਨੂੰ ਪੁੱਛਿਆ ਕਿ ਮੈਂ ਫਲਾਣੀ ਥਾਂ ਤੇ ਜਾਣਾ ਹੈ। ਜਿਸ ਤੋਂ ਪੁੱਛਿਆ ਸੀ ਉਸਨੇ ਕਿਹਾ ਵੀ ਮਿੱਤਰਾ, ਇਹ ਜਿਹੜਾ ਰਸਤਾ ਹੈ ਨਾ, ਇਹ ਗਲਤ ਹੈ। ਇਹ ਰਸਤਾ ਅੱਗੋਂ ਬੰਦ ਹੈ। ਇਹ ਰਸਤਾ ਜਦ ਤੂੰ ਗਲਤ ਫੜਿਆ, ਇਹ ਰਸਤਾ ਉੱਥੇ ਨਹੀਂ ਪਹੁੰਚੇਗਾ। ਹੁਣ ਇਹ ਮਨੁੱਖ ਪੁੱਛਣ ਤੋਂ ਬਾਅਦ ਵੀ ਕਦਮ ਅੱਗੇ ਪੁੱਟਦਾ ਹੈ। ਪਤਾ ਕਿਉਂ? ਮੇਰਾ ਨਿੱਜ ਜ਼ਿੰਦਗੀ ਦਾ ਇਹ ਤਜਰਬਾ ਰਿਹਾ ਹੈ। ਮੈਂ ਆਪਣੇ ਤਜਰਬੇ ਨਾਲ ਇਹ ਗੱਲ ਕਹਿ ਰਿਹਾ, ਕਿਉਂਕਿ ਉਹ ਮਨੁੱਖ ਅੱਗੇ ਵੱਧਦਾ ਹੈ, ਉਸਨੂੰ ਪਤਾ ਚੱਲ ਗਿਆ ਵੀ ਰਸਤਾ ਅੱਗੇ ਬੰਦ ਹੈ ਜਾਂ ਰਸਤਾ ਇਹ ਗਲਤ ਹੈ, ਫਿਰ ਵੀ ਕਦਮ ਅੱਗੇ ਪੁੱਟ ਰਿਹਾ। ਕਿਉਂ? ਕਿਉਂਕਿ ਜਿਸ ਨੇ ਦੱਸਿਆ ਹੈ ਉਸਨੇ ਇਹ ਗੱਲ ਸਾਬਤ ਕਰ ਦਿੱਤੀ, ਜਿਤਨਾ ਹੁਣ ਤੱਕ ਤੁਰਿਆ ਤੂੰ ਗਲਤ ਤੁਰਿਆ। ਔਰ ਗਲਤ ਕੋਈ ਨਹੀਂ ਅਖਵਾਉਣਾ ਚਾਹੁੰਦਾ, ਗਲਤ ਕੋਈ ਆਪਣੇ ਆਪ ਨੂੰ ਕਵਾਣਾ ਨਹੀਂ ਚਾਹੁੰਦਾ। ਉਸਨੇ ਦੱਸ ਦਿੱਤਾ ਕਿ ਜਿੱਥੋਂ ਚੁਰਾਹੇ ਤੋਂ ਮੁੜਿਆ ਸੀ ਤੈਨੂੰ ਫਿਰ ਉੱਥੇ ਹੀ ਜਾਣਾ ਪਏਗਾ, ਉੱਥੇ ਤੈਨੂੰ ਸਹੀ ਰਸਤਾ ਮਿਲੇਗਾ। ਪਰ ਆਪਣੇ ਹੰਕਾਰ ਨੂੰ ਸੱਟ ਵੱਜਦੀ ਕਿ ਮੈਂ ਇਤਨਾ ਤੁਰਿਆ, ਇਹ ਗਲਤ ਹੈ। ਔਰ ਮਨੁੱਖ ਆਪਣੇ ਆਪ ਨੂੰ ਗਲਤ ਅਖਵਾਉਣਾ ਨਹੀਂ ਚਾਹੁੰਦਾ। ਕੋਈ ਗਲਤ ਸਾਬਤ ਕਰੇ ਤੇ ਇਸ ਦੇ ਹੰਕਾਰ ਨੂੰ ਸੱਟ ਵੱਜਦੀ ਕਿ ਇਤਨਾ ਮੈਂ ਤੁਰਿਆ, ਮੈਂ ਗਲਤ ਹੀ ਤੁਰਿਆ।
ਸਿਆਣੇ ਉਹ ਨੇ ਜਿਹੜੇ ਕਿ ਆਪਣੇ ਮਾਣ ਨੂੰ ਛੱਡ ਉੱਥੇ ਪਿੱਛੇ ਚੁਰਾਹੇ 'ਤੇ ਆ ਜਾਂਦੇ ਨੇ ਔਰ ਸਹੀ ਰਸਤਾ ਫੜ ਕੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਪਰ ਜਿਹੜੇ ਕਹਿੰਦੇ ਨੇ ਕੋਈ ਨਹੀਂ ਅਸੀਂ ਵਿੱਚੋਂ ਹੀ ਲੱਭ ਲਾਂਗੇ, ਉਹ ਕਦੀ ਆਪਣੇ ਮੰਜ਼ਿਲੇ ਮਕਸੂਦ ਤੱਕ ਨਾ ਪਹੁੰਚੇ ਨੇ, ਨਾ ਕਦੀ ਪਹੁੰਚ ਸਕਣਗੇ। ਇਹ ਜੀਵਨ 'ਚ ਪੱਕਾ ਕਰ ਲੈਣਾ। ਔਰ ਬਹੁਤੇ ਐਸੇ ਹੀ ਨੇ। ਜਦੋਂ ਬਚਪਨ ਦੇ ਵਿੱਚ ਮੈਂ ਅਕਸਰ ਬਾਗਸਨ ਉੱਥੇ ਰਹਿੰਦੇ ਸਾਂ, ਬਾਗ ਦੇ ਵਿੱਚ ਛੋਟੇ ਹੁੰਦੇ ਸਾਂ, ਪੜ੍ਹਾਈ ਕਰਕੇ ਆ ਜਾਣਾ, ਬਾਗਾਂ ਚਲੇ ਜਾਣਾ, ਉੱਥੇ ਖੇਡਣਾ। ਅਤੇ ਉੱਥੇ ਜੋ ਕਿਉਂਕਿ 3-4 ਇਕੱਠੇ ਹੀ ਬਾਗ ਸੀ ਅਤੇ ਉਹਨਾਂ ਬਾਗਾਂ ਦੇ ਵਿੱਚ ਹਰ ਇੱਕ ਬਾਗ ਦੇ ਵਿਚਕਾਰ ਰਸਤਾ ਸੀ। ਉਹਨਾਂ ਵਿੱਚ ਇੱਕ ਰਸਤਾ ਜਿਹੜਾ ਸੀ ਉਹ ਬੰਦ ਸੀ ਅਤੇ ਜਿਹੜਾ ਦੂਜਾ ਰਸਤਾ ਸੀ ਉਹ ਖੁੱਲ੍ਹਾ ਸੀ। ਅਤੇ ਲੋਕ ਇਹ ਸਮਝ ਕੇ ਕਿ ਬਾਗਾਂ ਦੇ ਵਿਚਕਾਰ ਜਿਹੜਾ ਰਸਤਾ ਹੈ ਉਹ ਆਪਣੇ ਮੰਜ਼ਿਲ ਤੱਕ ਪਹੁੰਚੇਗਾ, ਲੋਕ ਉਸ ਰਸਤੇ ਨੂੰ ਪੈ ਜਾਂਦੇ ਸਨ। ਜਿਹੜੇ ਵੀ ਬੰਦੇ ਉਸ ਰਸਤੇ ਨੂੰ ਮੁੜਦੇ ਸੀ ਅਤੇ ਕਈ ਵਾਰੀ ਆਵਾਜ਼ ਮਾਰ ਕੇ ਕਹਿੰਦੇ ਸੀ, ਬੰਦਿਆ ਤੂੰ ਗਲਤ ਮੁੜ ਗਿਆ। ਉਹ ਸੁਣ ਵੀ ਲੈਂਦੇ ਸਨ, ਪੁੱਛ ਵੀ ਲੈਂਦੇ ਸਨ ਵੀ ਇਹ ਰਸਤਾ ਅੱਗੋਂ ਬੰਦ ਹੈ, ਇਹ ਰਸਤਾ ਪਾਰ ਨਹੀਂ ਹੁੰਦਾ। ਪਰ ਉਹ ਬੰਦੇ ਕੀ ਕਰਦੇ ਸੀ, ਉਹ ਬੰਦੇ ਪੁੱਛਣ ਤੋਂ ਬਾਅਦ ਵੀ, ਸਭ ਕੁਝ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ ਵੀ ਇਹ ਬੰਦਾ ਹੋ ਸਕਦਾ ਗਲਤ ਕਹਿ ਰਿਹਾ ਹੋਵੇ। ਉਹ ਚਲੇ ਜਾਂਦੇ ਸਨ। ਅੱਗੋਂ ਫਿਰ ਮੁੜ ਕੇ ਆਉਣਾ ਅਤੇ ਉਹਨਾਂ ਵੱਲ ਦੇਖੋ ਅਤੇ ਮੂੰਹ ਲਟਕਿਆ ਹੋਣਾ, ਕਿਉਂਕਿ ਸੱਟ ਵੱਜੀ ਹੈ ਉਹਨਾਂ ਹੰਕਾਰ ਨੂੰ ਸੱਟ ਵੱਜੀ, ਕਿਉਂਕਿ ਗਲਤ ਰਸਤੇ 'ਤੇ ਦੱਸਿਆ ਸੀ, ਪਰ ਫਿਰ ਵੀ ਜੋ ਤੁਰਦੇ ਰਹੇ ਕਿਉਂਕਿ ਰਸਤਾ ਤਾਂ ਅਗਲਾ ਵਾਲਾ ਸੀ ਜਿਹੜਾ ਸਹੀ ਸੀ, ਜਿਹੜਾ ਅਗਲੇ ਸੜਕ ਨੂੰ ਟੱਚ ਕਰਦਾ ਸੀ। ਇਹ ਮਨੁੱਖ ਦੀ ਆਤਮਿਕ ਤੌਰ ਤੋਂ ਅਤੇ ਅਧਿਆਤਮਿਕ ਤੌਰ ਤੋਂ ਵੀ ਐਸੀ ਹਾਲਤ ਹੈ, ਕਈ ਵਾਰੀ ਆਖੀਦਾ ਵੀ ਇਹ ਜਿਹੜੇ ਕੰਮ ਤੁਸੀਂ ਪਏ ਕਰਦੇ ਇਹ ਗਲਤ ਨੇ। ਬੰਦਾ ਦੂਜੇ ਦੇ ਔਗੁਣ ਦੇਖਣ 'ਚ ਲੱਗਿਆ ਹੋਇਆ, ਬੁਰਾਈਆਂ ਦੇਖਣ 'ਚ ਲੱਗਿਆ ਹੋਇਆ, ਨਿੰਦਾ ਚੁਗਲੀ ਮੇਰ ਤੇਰ 'ਚ ਲੱਗਿਆ ਹੋਇਆ, ਨਫ਼ਰਤ ਵਿੱਚ ਜੀ ਰਿਹਾ। ਮੈਂ ਬੇਨਤੀ ਕਰਾਂ, ਜਿਹੜੇ ਲੋਕ ਨਫ਼ਰਤ ਜੀਂਦੇ ਨੇ, ਕਿਸੇ ਨਾਲ ਸਾੜਾ ਰੱਖਦੇ ਨੇ, ਉਹ ਇਹ ਗੱਲ ਪੱਕੀ ਕਰ ਲੈਣ ਕਿ ਤੁਹਾਨੂੰ ਨਾ ਇੱਥੇ ਕਦੀ ਸੰਸਾਰ 'ਚ ਸੁੱਖ ਮਿਲਣਾ, ਨਾ ਹੀ ਪਰਮਾਤਮਾ ਦੇ ਘਰ ਅੱਗੇ ਤੁਸੀਂ ਸੁਖੀ ਹੋਵੋਗੇ। ਜੇ ਜ਼ਿੰਦਗੀ ਨੂੰ ਸੁੱਖ ਦੇ ਵਿੱਚ ਬਤੀਤ ਕਰਨਾ ਚਾਹੁੰਦੇ ਹੋ ਅਤੇ ਫਿਰ ਇੱਕ ਕੰਮ ਕਰੋ, ਆਪਣੇ ਜੀਵਨ ਵਿੱਚੋਂ ਨਫ਼ਰਤ ਕੱਢ ਕੇ ਪਾਸੇ ਰੱਖ ਦਿਓ, ਧਨ ਦਾ ਹੰਕਾਰ ਪਾਸੇ ਰੱਖ ਦਿਓ, ਸੰਸਾਰ ਦੀ ਮਾਣ ਵਡਿਆਈ ਪਾਸੇ ਰੱਖ ਦਿਓ, ਰੇਸ਼ਮੀ ਕੱਪੜਾਂ ਦਾ ਹੰਕਾਰ ਪਾਸੇ ਰੱਖ ਦਿਓ, ਆਪਣੀ ਜਮਾਨੀ ਦਾ ਹੰਕਾਰ ਪਾਸੇ ਰੱਖ ਦਿਓ, ਤਾਂ ਤੁਸੀਂ ਇੱਥੇ ਸੁਖੀ ਹੋ ਸਕਦੇ ਹੋ। ਜਦੋਂ ਤੱਕ ਹੰਕਾਰ ਰਹੇਗਾ ਬੰਦਾ ਸੁਖੀ ਨਹੀਂ ਹੋ ਸਕਦਾ। ਮੈਂ ਇੱਕ ਗਾਥਾ ਪੜ੍ਹ ਰਿਹਾ ਸੀ। ਇੱਕ ਰਾਜਾ, ਉਸਨੇ ਆਪਣੇ ਘਰ ਦੇ ਅੰਦਰ ਇੱਕ ਨੌਕਰ ਰੱਖਿਆ। ਜੀਵਨ ਨੂੰ ਥੋੜ੍ਹਾ ਇਸ ਸਿੱਖਿਆ ਤੋਂ ਸਮਝਣ ਦਾ ਯਤਨ ਕਰਨਾ। ਉਹ ਜਿਹੜਾ ਨੌਕਰ ਰੱਖਿਆ ਸੀ ਉਹ ਬੜਾ ਆਗਿਆਕਾਰੀ ਸੀ, ਰਾਜੇ ਦੀ ਹਰ ਗੱਲ ਨੂੰ ਮੰਨਦਾ ਸੀ। ਰਾਜੇ ਦੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ। ਉਹ ਰਾਜੇ ਦਾ ਮੁਤਮੰਨਾ ਬਣ ਗਿਆ, ਪਾਓ ਕਿ ਵਿਸ਼ਵਾਸ ਪਾਤਰ। ਰਾਜੇ ਨੇ ਇਹ ਵੀ ਕਹਿ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਰਾਜ ਪਾਟ ਹੈ ਉਹ ਅਸੀਂ ਇਸ ਬੱਚੇ ਨੂੰ ਦੇਵਾਂਗੇ। ਹੈ ਸੀ ਨੌਕਰ, ਅਤੇ ਬਾਕੀ ਦੇ ਨੌਕਰ ਸੜਨ ਲੱਗ ਪਏ ਉਸਦੇ ਨਾਲ ਵੀ ਇਹ ਹੁਣ ਆਇਆ, ਰਾਜੇ ਦਾ ਵਿਸ਼ਵਾਸ ਪਾਤਰ ਬਣ ਗਿਆ। ਅਸੀਂ ਪੁਰਾਣੇ ਰਹਿੰਦੇ ਹਾਂ, ਸਾਡਾ ਵਿਸ਼ਵਾਸ ਨਹੀਂ। ਔਰ ਪਿਆਰ ਵਾਲਿਓ, ਸੱਚ ਜਾਣਨਾ, ਇਸ ਕਰਕੇ ਜਿਹੜੇ ਐਲਕਾਰ ਸਨ ਉਹ ਉਸਦੇ ਹਰ ਕਰਮ 'ਤੇ ਨਜ਼ਰ ਰੱਖਦੇ ਸਨ। ਹੁਣ ਰਾਜੇ ਦਾ ਵਿਸ਼ਵਾਸ ਪਾਤਰ ਬਣ ਗਿਆ ਅਤੇ ਰਾਜੇ ਨੇ ਇਹ ਵੀ ਘੋਸ਼ਣਾ ਕਰ ਦਿੱਤੀ ਔਰ ਕਹਿ ਦਿੱਤਾ ਵੀ ਮੇਰਾ ਗੱਦੀ 'ਤੇ ਹੁਣ ਇਹ ਬੈਠੇਗਾ। ਪਰ ਉਹ ਜਿਹੜਾ ਨੌਕਰ ਸੀ ਉਹ ਰੋਜ਼ ਆਪਣੇ ਜਿਸ ਕਮਰੇ 'ਚ ਰਹਿੰਦਾ ਸੀ ਉੱਥੇ ਜਾਂਦਾ ਸੀ, ਕਿਉਂਕਿ ਹੁਣ ਤੇ ਰਾਜ ਮਹਿਲ ਪ੍ਰਾਪਤ ਹੋ ਗਿਆ। ਪਰ ਉਸ ਕਮਰੇ ਵਿੱਚ ਸਵੇਰੇ ਜਾਣਾ, ਤਾਲਾ ਖੋਲ੍ਹਣਾ, ਕੁਝ ਸਮਾਂ ਉੱਥੇ ਬੈਠਣਾ, ਵਾਪਸ ਆ ਜਾਣਾ, ਤਾਲਾ ਆਪਣੇ ਹੱਥੀਂ ਮਾਰਨਾ। ਪਰ ਨਾਲੇ ਜਿਹੜੇ ਸੇਵਾਦਾਰ ਐਲਕਾਰ ਸਨ ਅਤੇ ਉਹ ਇਹਨੂੰ ਆਖਣ ਵੀ ਤਾਲਾ ਅਸੀਂ ਮਾਰ ਦਿੰਦੇ ਹਾਂ, ਰਾਜਨ ਤੁਸੀਂ ਤਾਲਾ ਮਾਰੋਗੇ? ਕਹਿੰਦੇ ਨਹੀਂ। ਇਹ ਕਿਸੇ ਦੇ ਉੱਤੇ ਵਿਸ਼ਵਾਸ ਨਹੀਂ ਸੀ ਕਰਦਾ। ਹੁਣ ਇਸ ਦੀ ਸ਼ਿਕਾਇਤ ਕੀਤੀ ਰਾਜੇ ਨੂੰ ਵੀ ਰਾਜਨ
ਤੋ ਜਿਸ ਬੰਦੇ ਨੂੰ ਆਪਣੇ ਰਾਜਗੱਦੀ ਵਾਸਤੇ ਚੁਣਿਆ ਉਹ ਤਾਂ ਸਾਡੇ ਉੱਤੇ ਐਲਕਾਰਾਂ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰਦਾ, ਨੌਕਰਾਂ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰਦਾ। ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਰਾਜੇ ਨੂੰ ਕਿਹਾ ਤੇ ਰਾਜੇ ਨੇ ਉਸ ਨੂੰ ਕਿਹਾ ਵੀ ਤੂੰ ਕੱਲ੍ਹ ਰਾਜਗੱਦੀ 'ਤੇ ਬੈਠਣਾ ਔਰ ਤੂੰ ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ, ਜਿਨ੍ਹਾਂ ਨੌਕਰਾਂ ਚਾਕਰਾਂ ਦੇ ਰਾਹੀਂ ਇਹ ਰਾਜਪਾਟ ਚੱਲਣਾ। ਉਸ ਕਮਰੇ ਵਿੱਚ ਐਸਾ ਕੀ ਲੁਕਾ ਕੇ ਰੱਖਿਆ? ਇਹ ਆਖਣ ਲੱਗਾ, ਰਾਜਨ ਆਓ ਮੇਰੇ ਨਾਲ, ਤੁਸੀਂ ਚਲੋ ਤੇ ਆਪ ਹੀ ਦੇਖ ਲਵੋ। ਰਾਜਾ ਪੁੱਛਦਾ ਰਿਹਾ, ਦੱਸ ਹੈ ਕੀ? ਕਹਿੰਦਾ, ਨਹੀਂ ਰਾਜਨ, ਤੁਸੀਂ ਨਾਲ ਚਲੋ ਤੇ ਚੱਲ ਕੇ ਵੇਖ ਲਓ। ਪਿਆਰ ਵਾਲੋ, ਸੱਚ ਜਾਣਨਾ, ਚਾਬੀ ਇਸ ਦੇ ਕੋਲ ਸੀ। ਆਪਣੇ ਹੱਥ ਨਾਲ ਜਿੰਦਰਾ ਖੋਲ੍ਹਿਆ, ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਉਸ ਦੇ ਵਿੱਚ ਇੱਕ ਬਾਕਸ ਪਿਆ ਸੀ, ਜਿਸ ਦੇ ਵਿੱਚ ਇੱਕ ਖੁਰਪੀ ਅਤੇ ਇੱਕ ਤੜੰਗੀ, ਜਿਹਦੇ ਵਿੱਚ ਪੰਡ ਬੰਨੀ ਦੀ ਹੈ ਘਾਹ ਦੀ, ਉਹ ਵਿੱਚ ਪਈ ਸੀ ਤੇ ਉਸ ਨੂੰ ਇਹ ਢੱਕ ਕੇ ਰੱਖਦਾ ਸੀ, ਉਸ ਬਾਕਸ ਦੇ ਵਿੱਚ ਬੰਦ ਕਰਕੇ ਰੱਖਦਾ ਸੀ। ਇਸ ਨੇ ਜਾ ਕੇ ਦਿਖਾਇਆ, ਰਾਜਨ ਇਹ ਖੁਰਪੀ ਹੈ ਤੇ ਇਹ ਤੜੰਗੀ ਹੈ, ਜਿਹਦੇ ਵਿੱਚ ਮੈਂ ਪੰਡ ਬਣ ਕੇ ਲੈ ਕੇ ਆਉਂਦਾ ਸੀ। ਮੈਂ ਆਪਣੇ ਪਿਛੋਕੜ ਨੂੰ ਚੇਤੇ ਰੱਖਿਆ ਵੀ ਕੱਲ੍ਹ ਤੂੰ ਨੌਕਰ ਸੈਂ, ਕੱਲ੍ਹ ਖੁਰਪੀ ਨਾਲ ਘਾਹ ਪੁੱਟ ਕੇ ਲੈ ਕੇ ਆਉਂਦਾ ਸੀ ਤੇ ਇਸ ਤੜੰਗੀ ਦੇ ਵਿੱਚ ਤੂੰ ਘਾਹ ਬਣ ਕੇ ਘੋੜਿਆਂ ਨੂੰ ਪਾਇਆ ਕਰਦਾ ਸੀ ਤੇ ਅੱਜ ਰਾਜੇ ਨੇ ਤੇਰੇ ਉੱਤੇ ਵਿਸ਼ਵਾਸ ਕੀਤਾ, ਤੈਨੂੰ ਕੰਗਾਲ ਨੂੰ ਰਾਜਪਾਟ ਦੇ ਦਿੱਤਾ। ਕਹਿੰਦੇ ਮੈਂ ਆਪਣੇ ਪਿਛੋਕੜ ਨੂੰ ਯਾਦ ਰੱਖਦਾ, ਕਿਤੇ ਮੈਨੂੰ ਹੰਕਾਰ ਨਾ ਹੋ ਜਾਏ। ਇਸ ਕਰਕੇ ਮੈਂ ਇਹ ਚੀਜ਼ ਕਿਸੇ ਨੂੰ ਦਿਖਾਉਂਦਾ ਨਹੀਂ ਹਾਂ। ਔਰ ਤੁਹਾਡੀ ਸਾਣ ਦੇ ਵਿੱਚ ਇਹ ਨਾ ਹੋ ਜਾਏ ਵੀ ਰਾਜੇ ਦੀ ਸਾਣ ਦੇ ਵਿੱਚ, ਇਸ ਕਰਕੇ ਮੈਂ ਆਪਣੀ ਗਰੀਬੀ ਨੂੰ ਲੁਕਾ ਕੇ ਰੱਖਿਆ ਹੋਇਆ। ਮੈਂ ਆਪਣੀ ਗਰੀਬੀ ਨੂੰ, ਮੈਂ ਆਪਣੀ ਅਸਲੀਅਤ ਨੂੰ ਲੁਕਾ ਕੇ ਰੱਖਿਆ ਹੋਇਆ ਹੈ ਤਾਂ ਕਿ ਰਾਜੇ ਦੀ ਸਾਣ ਦੇ ਵਿੱਚ ਕੋਈ ਫਰਕ ਨਾ ਪਵੇ, ਤਾਂ ਕਿ ਮੈਨੂੰ ਇਹ ਯਾਦ ਰਵੇ ਵੀ ਕੱਲ੍ਹ ਤੂੰ ਕੰਗਾਲ ਸੈਂ, ਕੱਲ੍ਹ ਤੇਰੇ ਕੋਲ ਕੁਛ ਨਹੀਂ ਸੀ, ਇੱਕ ਖੁਰਪੀ ਸੀ ਤੇ ਤੜੰਗੀ ਸੀ, ਉਸ ਦੇ ਨਾਲ ਹੀ ਤੂੰ ਆਪਣੇ ਜੀਵਨ ਦਾ ਗੁਜ਼ਾਰਾ ਕਰਦਾ ਸੀ। ਪਰ ਅੱਜ ਰਾਜੇ ਨੇ ਤੈਨੂੰ ਰਾਜਪਾਟ ਦੇਣ ਦਾ ਐਲਾਨ ਕਰ ਦਿੱਤਾ ਹੈ। ਕਹਿੰਦੇ ਮੈਂ ਰਾਜਾ ਬਣ ਕੇ ਜਦੋਂ ਮੈਂ ਆਪਣੀ ਗਰੀਬੀ ਨੂੰ ਦੇਖਾਂਗਾ ਨਾ, ਤਾਂ ਮੈਂ ਕਿਸੇ ਉੱਤੇ ਜ਼ੁਲਮ ਨਹੀਂ ਕਰਾਂਗਾ, ਕਿਉਂਕਿ ਮੈਨੂੰ ਆਪਣੀ ਗਰੀਬੀ ਚੇਤੇ ਹੈ, ਮੈਨੂੰ ਆਪਣੀ ਅਸਲੀਅਤ ਚੇਤੇ ਕਿ ਮੈਂ ਕੀ ਸੀ। ਉਹ ਅੱਜ ਮੇਰੇ ਉੱਤੇ ਕਿਤਨਾ ਪਰਉਪਕਾਰ ਕੀਤਾ ਹੈ ਰਾਜੇ ਨੇ ਕਿ ਮੈਨੂੰ ਰਾਜਪਾਟ ਦੇ ਦਿੱਤਾ। ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਰਾਜਪਾਠ ਕਰਨ ਵਾਲੇ ਰਾਜਿਆਂ ਦੇ ਪੁੱਤਰ ਨੇ, ਉਹਨਾਂ ਵਾਸਤੇ ਵੀ ਮੇਰੀ ਇਹ ਸਿੱਖਿਆ ਹੈ ਕਿ ਉਹ ਰਾਜਪਾਠ ਇਸ ਤਰ੍ਹਾਂ ਕਰਨ ਕਿ ਪ੍ਰਜਾ ਨੂੰ ਦੁੱਖ ਨਾ ਦੇਣ, ਲੋਕਾਂ ਨੂੰ ਦੁਖੀ ਨਾ ਕਰਨ, ਲੋਕਾਂ ਦੀਆਂ ਬਦਦੁਆਵਾਂ ਨਾ ਲੈਣ, ਸਗੋਂ ਉਹ ਸੁਚੱਜੇ ਢੰਗ ਨਾਲ ਰਾਜਪਾਠ ਕਰਨ। ਔਰ ਮੇਰੇ ਵਰਗੇ ਕੰਗਾਲਾਂ ਨੂੰ ਇਹ ਪ੍ਰੇਰਨਾ ਹੈ ਕਿ ਜੇ ਰੱਬ ਨੇ ਬਖਸ਼ਿਸ਼ ਕੀਤੀ ਹੈ, ਕੋਈ ਰਾਜਪਾਠ ਦੇ ਦਿੱਤਾ ਹੈ, ਤੇ ਆਪਣੇ ਪਿਛੋਕੜ ਨੂੰ ਜ਼ਰੂਰ ਯਾਦ ਰੱਖਣ, ਤਾਂ ਕਿ ਕਦੇ ਹੰਕਾਰ ਦਾ ਜਨਮ ਨਾ ਹੋਏ। ਕਿਉਂਕਿ ਜੇ ਹੰਕਾਰ ਦਾ ਜਨਮ ਹੋ ਗਿਆ ਨਾ, ਤੇ ਬਾਬਾ ਜੀ ਕਹਿ ਰਹੇ ਨੇ, ਫਰੀਦਾ ਤਿੰਨਾਂ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਮ, ਇੱਥੇ ਦੁੱਖ ਘਨੇਰਿਆਂ ਅੱਗੇ ਠੋਰ ਨਾ ਠਾਂ। ਇੱਥੇ ਦੁੱਖ ਵਾਪਰਦੇ ਨੇ ਤੇ ਅਗਾਂਹ ਉਹਨਾਂ ਨੂੰ ਕੋਈ ਥਾਂ ਔਰ ਟਿਕਾਣਾ ਨਹੀਂ ਮਿਲਦਾ, ਧੱਕੇ ਹੀ ਪੈਂਦੇ ਨੇ ਪਰਮਾਤਮਾ ਦੀ ਦਰਗਾਹ ਵਿੱਚ। ਨਾਮ ਭੁਲਾਇਆ ਉੱਥੇ ਜਗ੍ਹਾ ਨਹੀਂ ਮਿਲਦੀ। ਆਓ ਕਿ ਇਸ ਕਰਕੇ ਜ਼ਿੰਦਗੀ ਵਿੱਚ ਖਿਆਲ ਕਰੋ, ਆਪਣੀ ਅਸਲੀਅਤ ਨੂੰ ਚੇਤੇ ਰੱਖੋ, ਅਸੀਂ ਕੀ ਹਾਂ। ਧੰਨ ਗੁਰੂ ਰਾਮਦਾਸ ਪਿਤਾ ਜਦੋਂ ਗੱਦੀ 'ਤੇ ਬੈਠੇ ਨਾ, ਅੱਖਾਂ ਪਰ ਆਉਂਦੀਆਂ ਨੇ, ਕਈ ਵਾਰੀ ਗੱਲ ਕਰਦੇ ਹਾਂ, ਸੱਚ ਜਾਣਨਾ। ਧੰਨ ਗੁਰੂ ਅਮਰਦਾਸ ਜੀ ਨੂੰ ਆਖਦੇ ਨੇ, ਸਤਿਗੁਰੂ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਤੇਰੀ ਕਿਰਪਾ ਹੋ ਗਈ ਹੈ, ਨਹੀਂ ਤਾਂ ਮੈਂ ਤੇ ਲਾਹੌਰ ਦੀ ਗਲੀਆਂ ਵਿੱਚ ਰੁੜਦਾ ਸਾਂ। ਇੱਕ ਦਿਨ ਮਾਂ ਚਲੀ ਗਈ, 7 ਸਾਲ ਦਾ ਹੋਇਆ ਪਿਤਾ ਚਲਾ ਗਿਆ, ਮੇਰਾ ਕੋਈ ਵੀ ਟਿਕਾਣਾ ਨਹੀਂ ਸੀ, ਮੈਂ ਅਨਾਥ ਹੋ ਗਿਆ ਸੀ। ਪਰ ਅੱਜ ਤੇਰੀ ਕਿਰਪਾ ਹੋਈ ਹੈ, ਜਿਹੜਾ ਕਿ ਲਾਹੌਰ ਦੀਆਂ ਗਲੀਆਂ ਵਿੱਚ ਰੁੜਦਾ ਹੁੰਦਾ, ਜਿਹਦੀ ਕੋਈ ਸਾਰ ਨਹੀਂ ਸੀ ਪੁੱਛਦਾ, ਅੱਜ ਗੁਰੂ ਸਾਹਿਬ ਤੁਸੀਂ ਥਾਪੜਾ ਦੇ ਦਿੱਤਾ, ਤੁਸੀਂ ਬਖਸ਼ਿਸ਼ ਦੇ ਦਿੱਤੀ, ਤੇ ਅੱਜ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਵਾਰਿਸ ਮੈਨੂੰ ਬਣਾ ਦਿੱਤਾ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਮੈਂ ਕੀੜਾ ਸਾਂ, ਪਰ ਗੁਰੂ ਤੂੰ ਕਿਰਪਾ ਕਰ ਦਿੱਤੀ, ਮੈਂ ਕੀੜੇ ਨੂੰ ਤੂੰ ਗੁਰਗੱਦੀ ਦੇ ਦਿੱਤੀ। ਅਸੀਂ ਤਾਂ ਸਿੱਖ ਹੋ ਕੇ ਵੀ ਇਹ ਮੰਨਣ ਨੂੰ ਤਿਆਰ ਨਹੀਂ, ਤੇ ਮੇਰਾ ਗੁਰੂ ਕਹਿੰਦਾ ਹੈ ਇਹ ਦਾਤਾ ਮੈਂ ਕੀੜਾ ਸਾਂ, ਤੂੰ ਗੁਰਗੱਦੀ ਦੇ ਦਿੱਤੀ ਹੈ, ਤੇਰੀ ਕਿਰਪਾ ਹੋ ਗਈ ਹੈ, ਤੇਰੀ ਬਖਸ਼ਿਸ਼ ਹੋ ਗਈ ਹੈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀ ਹੈ
चूके सब सोग संतापे। तैनू मिल के मेरे शोक चिंतावां संताप सब दूर हो गए। ऐसा गुरु तू मिले हैं, ऐसा धन गुरु नानक है जिसने कृपा कर दी कि मेरा जीवन तब्दील कर दिता। तू मैनू मालो माल कर दिता। प्यार वालियो, इस करके जो कुछ है उसका धन्नवाद करिए मालक का, शुकराना करिए मालक का, और जीवन विच हंकार छड्डिए। क्योंकि जे हंकार रहा, मान रहा, मैं रही, परमात्मा का नाम नहीं वसना। और जिन्हों के हिरदे विच नाम नहीं वसदा उन्हों के मुख डरावने ने, उन्हों तो डर लगता है जिन्हों के हिरदे च नाम नहीं वसया। ये बाबा फरीद जी सानू समझाना चाहते हैं और दसना चाहते हैं कि नाम तो उत्तम होर कोई चीज़ नहीं। नाम ही है जिहड़ा कि इत्थे भी सुरखरू करेगा अते परमात्मा की दरगाह विच भी सुरखरू करेगा। सो इतने वचन प्रवान। धन्नवाद सारिਆਂ ਦਾ। अनंत भुलां दी खिमा फतेह दी सांझ करो। आखो जी वाहिगुरू जी का खालसा वाहिगुरू जी की फतेह। वाहिगुरू साहिब जी, तुमरी शरण तुम्हारी आशा, तुम्ही सजन सुहेले। राखो राखण हार दयाला, नानक घर के गोले। वाहिगुरू साहिब जी। सोरठ महला चौथा पंचपदा। अचर चरै तां सिद्ध होई, सिद्धि ते बुद्ध पाई। प्रेम के सर लागे तन भीतर, तां भ्रम काटिया जाई। अचर चरै तां सिद्ध होई, सिद्धि ते बुद्ध पाई। प्रेम के सर लागे तन भीतर, तां भ्रम काटिया जाई। मेरे गोविंद अपने जन को देह वडियाई। गुरमत राम नाम प्रकाशो, सदा रहो सरनाई। रहो यह संसार सब आवण जाना, मन मूरख चेत अजाना। हर जियो कृपा करो गुर मेलो, ता हर नाम समाना। जिसकी वथ सोई प्रभ जाने, जिसनो दे सो पाए। वस्त अनूप अत अगम अगोचर, गुरपुरा अलख लखाए। जिन एह चाखी सोई जाने, गूंगे की मठियाई। रतन लुकाया लुकै नाही, जेको रखै लुकाई। सब किछ तेरा तू अंतर जामी, तू सबना का प्रभ सोई। जिसनो दात करे सो पाए, जन नानक और न कोई। सब किछ तेरा तू अंतर जामी, तू सबना का प्रभ सोई। जिसनो दात करे सो पाए, जन नानक अवर ना कोई। वाहिगुरू जी का खालसा वाहिगुरू जी की फतेह। सतनाम श्री वाहिगुरू जी। सोहेला राग गौड़ी दीप की महला पहला। एक ओंकार सतगुर प्रसाद। जय हर कीरत आखिए, करते का होए विचारो। तदकर गावो सोहेला सिवरो सृजनहारो। तुम गावो मेरे निरभउ का सोहेला। हों वारी जिस सोहेला सदा सुख होए रहा। नित नित जियाड़े संभालिन देखें का देवनहार। तेरे दाने कीमत ना पविस दाते कौन समार। सम्मत साल ख्यामल कर पावो तेल। देव सजन असी सड़ियाँ जो होवै साहिब सो मेल। कर कर एह पहुँचा पवन सदनहार। सिमरिय नानक से दे आवन। राग आसा महला पहला। छे कर छे गुर छे उपदेश। गुर गुर एको बेस अनेक। बाबा जय कर करते कीरत होए। सो कर राग बढ़ाई तोय रहाओ। विश्वे चस्यां कढ़ियाँ पैरों थती वारी। महा हुआ सूरज एको रुत अनेक। नानक करते के केते वेस। राग तनासरी महला पहला।
गगन में थाल रवचन दीपक बने, तारका मंडल जनक मोती तो बना लो, पवन चवरो करे सकल बन राय फुलंत ज्योति, कैसी आरती हो बाजन पहरी रहा। सहस तब नैन नैन है तो एक, सहस मुरत नायक तो ही, सहस पद विमलन एक पद गंध बिन, सहस तब गंध चलत मोहि, समय जो जोत है सोए तसदय चानन, समय चानन होए गुर साखी, जोत प्रगट होए ज्योतिष भाव स्वार्थी होए, हर चरण करण मकरन लोत मनन, दिनों मोहि आहि प्यासा, कृपा जल दे नानक सारंग को हो जाते त्रिनाय वासा। राग गुड़ी पूरी महला चौथा। काम क्रोध नगर को भरया मन, साधु खंडल खंडाहे, पूर्व दिखा दिखे गुरु पाया, मनहाली मंडल मंडाहे, कर साधु अंजलि पन बड्डाहे, कर दंडोत पन बड्डाए, रहाउ साकत हर साध न जाने, तन अंतर हो मैं कंडाहे, जो जो चला चुबे दुख पावे, जम काल सह से डंडाहे। हर जन हर हर नाम समाने, दुख जन्म मरण ओ खंडाहे, अविनाशी प्रभ पाया परमेश्वर, बहुत सौ खंड ब्रह्मंडाहे। हम गरीब मस्कीन प्रभ तेरे, हर राख राख बड़ बड्डा है, जन नानक नाम दाटे, कैर नामे ही सुख मंडा है। राग गुड़ी पूरी महला पंजवा को बिनती, सुनो मेरे मेता सन टहल की बेला, इहाँ खाड़ चलो हल्ला हा, गए बसन सवेला, उत्कट दनस रह नारे, मन गुण मलकात सवारे रहाओ, ये संसार विकार संशय में तरियो, ब्रह्म ज्ञानी जिसे जगाए प्यावे, ए रस अगत कथा तिन जानी, जाकू वाय सोई बिहाजो, हर गुर ते मन वसेरा, निजकन महल पाओ, सुख सहजे बोर न हो गो फेरा, अंतर जामी पुरख विदाते, श्रद्धा मन की पूरे, नानक दास यह सुख मांगे, मुख कर संतन की तुहरे, अंतर जामी पुरख विदाते, श्रद्धा मन की पूरे, नानक दास यह सुख मांगे, मुख कर संतन की तुहरे। वाहिगुरु जी का खालसा